ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਥਿਊਰੀਜ਼ ਆਫ ਇੰਟਰਨੈਸ਼ਨਲ ਟ੍ਰੇਡ ਦਾ ਪਾਰਟ 2, ਜਿਹਦੇ ਵਿੱਚ ਆਪਾਂ ਕਰਾਂਗੇ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ, ਜਿਹਨੂੰ ਹੈਕਸ਼ਰ ਓਹਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਵੀ ਕਹਿੰਦੇ ਆ। ਤੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀਗਾ ਕਿ ਵਾਟ ਇਜ਼ ਇੰਟਰਨੈਸ਼ਨਲ ਟ੍ਰੇਡ। ਇੰਟਰਨੈਸ਼ਨਲ ਟ੍ਰੇਡ ਕੀ ਹੁੰਦੀ ਆ? ਸਭ ਤੋਂ ਪਹਿਲਾਂ ਆਪਾਂ ਨੇ ਟ੍ਰੇਡ ਦੇਖਿਆ ਸੀਗਾ। ਕਹਿੰਦੇ ਟ੍ਰੇਡ ਦੇ ਵਿੱਚ ਕਹਿੰਦੇ ਜਦੋਂ ਆਪਾਂ ਡਿਫਰੈਂਟ ਕੰਟਰੀਜ਼ ਦੇ ਵਿੱਚ ਮੋਰ ਦੈਨ 2 ਕੰਟਰੀਜ਼ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੀ ਐਕਸਚੇਂਜ ਕਰਦੇ ਆ, that is called international trade। ਠੀਕ ਹੈ, ਤਾਂ ਦੋ ਤਰ੍ਹਾਂ ਦੇ ਟ੍ਰੇਡਸ ਦੇਖੇ ਸੀਗੇ, ਇੱਕ ਆਪਣੇ ਡੋਮੈਸਟਿਕ ਟ੍ਰੇਡ ਦੇਖੀ ਸੀ, ਇੱਕ ਆਪਾਂ ਨੇ ਇੰਟਰਨੈਸ਼ਨਲ ਟ੍ਰੇਡ ਦੇਖੀ ਸੀ, ਮੀਨਸ ਐਕਸਟਰਨਲ ਟ੍ਰੇਡ, ਡੋਮੈਸਟਿਕ ਔਰ ਇੰਟਰਨਲ ਟ੍ਰੇਡ। ਠੀਕ ਹੈ, ਤਾਂ ਇੰਟਰਨਲ ਟ੍ਰੇਡ ਔਰ ਡੋਮੈਸਟਿਕ ਟ੍ਰੇਡ ਜਦੋਂ ਕਹਿੰਦੇ ਇੱਕ ਕੰਟਰੀ ਦੇ ਅੰਡਰ ਹੀ ਜਿਹੜੀਆਂ ਹੈ ਡਿਫਰੈਂਟ ਸਟੇਟਸ, ਡਿਸਟ੍ਰਿਕਟਸ ਐਂਡ ਰੀਜਨਸ ਦੇ ਵਿੱਚ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਦਾ ਐਕਸਪੋਰਟ ਇੰਪੋਰਟ ਕੀਤਾ ਜਾਂਦਾ ਹੈ, that is called domestic or internal trade। ਐਂਡ ਜਦੋਂ ਇੱਕ ਕੰਟਰੀ ਤੋਂ ਬਾਹਰ ਡਿਫਰੈਂਟ ਕੰਟਰੀਜ਼ ਦੇ ਨਾਲ ਗੁੱਡਸ ਦੀ ਐਕਸਚੇਂਜ ਕੀਤੀ ਜਾਂਦੀ ਹੈ, ਇਟ ਇਜ਼ ਕਾਲਡ ਐਕਸਟਰਨਲ ਔਰ ਇੰਟਰਨੈਸ਼ਨਲ ਟ੍ਰੇਡ। ਤੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਨਾਲ ਰਿਲੇਟਡ ਜਿਹੜੀਆਂ ਆਪਣੀਆਂ ਡਿਫਰੈਂਟ ਥਿਊਰੀ ਸੀਗੀਆਂ, ਜੋ ਆਪਣੀਆਂ ਟੂ ਇਕੋਨੋਮਿਸਟ, ਟੂ ਸਕੂਲਸ ਆਫ ਥਾਟਸ ਦੇ ਥਰੂ ਦਿੱਤੀਆਂ ਹੋਈਆਂ ਸੀ। ਤਾਂ ਇਹਦੇ ਵਿੱਚੋਂ ਵਨ ਸੀਗਾ ਆਪਣਾ ਕਲਾਸਿਕਲ ਸਕੂਲ ਆਫ ਥਾਟਸ ਐਂਡ ਸੈਕੰਡ ਸੀਗਾ ਮਾਡਰਨ ਸਕੂਲਸ ਆਫ ਥਾਟ। ਠੀਕ ਹੈ, ਕਲਾਸਿਕਲ ਸਕੂਲਸ ਆਫ ਥਾਟਸ ਜਿਵੇਂ ਕਿ ਡੇਵਿਡ ਰਿਕਾਰਡੋ, ਠੀਕ ਹੈ, ਇਹਨਾਂ ਦੇ ਥਰੂ ਕੀ ਸੀਗਾ, ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਨਾਲ ਰਿਲੇਟਡ ਟੂ ਮੇਨ ਥਿਊਰੀ ਸੀਗੀਆਂ, ਜਿਨ੍ਹਾਂ ਦੇ ਥਰੂ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਜਿਹੜੀ ਉਹ ਅਕਰ ਕਰਦੀ ਆ। ਟੂ ਰੀਜ਼ਨ ਸੀਗੇ, ਫਰਸਟ ਇਜ਼ ਐਬਸੋਲਿਊਟ difference in cost and second is a comparative difference in cost। ਤਾਂ comparative cost different theory ਸੀਗੀ, ਇੱਕ absolute cost different theory ਸੀਗੀ ਆਪਣੀ। ਠੀਕ ਹੈ, ਇਹ ਟੂ ਥਿਊਰੀਜ਼ ਆਪਾਂ ਨੇ ਕੱਲ ਕੀਤੀਆਂ ਸੀਗੀਆਂ, ਜਿਹਦੇ ਵਿੱਚ ਕਲਾਸਿਕਲ ਇਕੋਨੋਮਿਸਟ ਕਹਿੰਦੇ ਸੀਗੇ ਕਿ ਜਿਹੜਾ ਮੇਨ ਰੀਜ਼ਨ ਹੈ ਇੰਟਰਨੈਸ਼ਨਲ ਟ੍ਰੇਡ ਦਾ ਉਹ ਕੀ ਹੈ, ਕੰਟਰੀ ਦੀ ਸਪੈਸ਼ਲਾਈਜੇਸ਼ਨ ਹੈ। ਕਿਉਂਕਿ ਕਹਿੰਦੇ ਐਵਰੀ ਕੰਟਰੀ ਕਹਿੰਦੇ ਕਿਸੇ ਨਾ ਕਿਸੇ ਰਿਸੋਰਸਿਸ ਐਂਡੋਮੈਂਟ ਦੇ ਕਰਕੇ ਕਿਸੇ ਇੱਕ ਪ੍ਰੋਡਕਟ ਨੂੰ ਬਣਾਉਣ ਦੇ ਵਿੱਚ ਕੀ ਹੁੰਦੀ ਹੈ, ਸਪੈਸ਼ਲ ਹੁੰਦੀ ਹੈ, ਉਹ ਦੂਸਰੇ ਨਾਲੋਂ ਲੈਸ ਕਾਸਟ ਤੇ ਉਸ ਗੁੱਡ ਦੀ ਪ੍ਰੋਡਕਸ਼ਨ ਜ਼ਿਆਦਾ ਅੱਛੀ ਕਰ ਸਕਦੀ ਹੈ। ਤਾਂ ਇਸੇ ਤਰ੍ਹਾਂ ਜਿਸ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਉਹ ਸਪੈਸ਼ਲਾਈਜੇਸ਼ਨ ਗੇਨ ਕਰੇਗੀ, ਉਹਦੀ ਕਾਸਟ ਘੱਟ ਆਏਗੀ, ਉਹ ਉਸ ਗੁੱਡ ਨੂੰ ਪ੍ਰੋਡਿਊਸ ਕਰੇਗੀ ਤੇ ਸਰਪਲਸ ਨੂੰ ਦੂਸਰੀ ਕੰਟਰੀ ਦੇ ਵਿੱਚ ਕੀ ਕਰੇਗੀ, ਐਕਸਪੋਰਟ ਕਰੇਗੀ। ਤੇ ਦੂਸਰੀ ਗੁੱਡ ਜਿਸ ਕੰਟਰੀ ਜਿਸ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਸਪੈਸ਼ਲ ਆ ਉਹ ਉਸ ਗੁੱਡ ਦੀ ਪ੍ਰੋਡਕਸ਼ਨ ਕਰੇਗੀ ਤੇ ਉਸਦੇ ਸਰਪਲਸ ਨੂੰ ਦੂਸਰੀ ਕੰਟਰੀ ਦੇ ਵਿੱਚ ਐਕਸਪੋਰਟ ਕਰੇਗੀ। ਤੇ ਜੋ ਗੁੱਡਸ ਉਹਦੀ ਪ੍ਰੋਡਕਸ਼ਨ ਮਤਲਬ ਉਹਨਾਂ ਦੀ ਕੰਟਰੀ ਦੇ ਵਿੱਚ ਜ਼ਿਆਦਾ ਹੈ, ਮੀਨਸ ਉਹਨਾਂ ਨੂੰ ਕੰਪੈरेटिव ਡਿਸਐਡਵਾਂਟੇਜ ਜ਼ਿਆਦਾ ਹੋ ਰਿਹਾ, ਉਹ ਉਸਨੂੰ ਕੀ ਕਰਨਗੀਆਂ, ਦੂਸਰੀ ਕੰਟਰੀਜ਼ ਤੋਂ ਇੰਪੋਰਟ ਕਰਨਗੀਆਂ। ਇਸੇ ਤਰ੍ਹਾਂ ਜਿਹੜੀਆਂ ਹੈ ਆਪਣੀਆਂ ਜਿਹੜੀਆਂ ਕੰਟਰੀਜ਼ ਨੇ ਉਹ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਆਪਣੀਆਂ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਦੀਆਂ ਨੇ, ਕੰਪੈरेटिव ਐਡਵਾਂਟੇਜ ਐਂਡ ਕੰਪੈरेटिव ਡਿਸਐਡਵਾਂਟੇਜ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਸੋਲਵ ਕਰਨ ਦੇ ਲਈ। ਐਂਡ ਉਸ ਤੋਂ ਬਾਅਦ ਆਪਣੀ ਸੈਕੰਡ ਥਿਊਰੀ ਸੀਗੀ ਜੋ ਮਾਡਰਨ ਸਕੂਲਸ ਆਫ ਥਾਟ ਦੇ ਥਰੂ ਸੀ, ਦੈਟ ਇਜ਼ ਕਾਲਡ ਹੈਕਸ਼ਰ ਓਹਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ, ਜੋ ਆਪਾਂ ਨੇ ਅੱਜ ਰੀਡ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਮਾਡਰਨ ਥਿਊਰੀ ਜਿਹਨੂੰ ਆਪਾਂ ਬੋਲਦੇ ਹਾਂ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਔਰ ਹੈਕਸ਼ਰ ਓਹਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਸਭ ਤੋਂ ਪਹਿਲਾਂ ਇਹਦੀ ਇੰਟਰੋ ਦੇਖਦੇ ਹਾਂ। ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਵਾਸ ਪ੍ਰੋਪਾਉਂਡ by Swedish economist Heckscher in an article published in 1919। ਕਹਿੰਦੇ ਹੈਕਸ਼ਰ ਓਹਲੀ ਨੇ ਇੱਕ ਆਪਣਾ ਜਿਹੜਾ ਹੈ ਆਰਟੀਕਲ ਪਬਲਿਸ਼ ਕੀਤਾ ਸੀ 1990 ਦੇ ਵਿੱਚ, ਉਸ ਦੇ ਵਿੱਚ ਕਹਿੰਦੇ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦਿੱਤੀ ਸੀਗੀ। ਫਰਦਰ ਕਹਿੰਦੇ ਇਹਨੂੰ ਅਪਰੂਵ ਕਿਹਨੇ ਕੀਤਾ ਸੀਗਾ, ਵਰਟਿਨ ਓਹਲਿਨ ਨੇ। ਕਦੋਂ, 1924 ਦੇ ਵਿੱਚ। ਠੀਕ ਹੈ, ਆਪਣੇ ਪੇਪਰ ਦੇ ਵਿੱਚ ਇਸੇ ਥਿਊਰੀ ਨੂੰ ਫਰਦਰ ਉਹਨਾਂ ਨੇ ਐਕਸਪਲੇਨ ਕੀਤਾ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਇੰਟਰਨੈਸ਼ਨਲ ਐਂਡ ਇੰਟਰ ਰੀਜਨਲ ਟ੍ਰੇਡ ਕਹਿੰਦੇ ਪਬਲਿਸ਼ ਕੀਤੀ ਸੀ 1933 ਦੇ ਵਿੱਚ। ਇਸ ਥਿਊਰੀ ਨੂੰ ਉਸ ਦੇ ਵਿੱਚ ਵੀ ਲਿਖਿਆ ਸੀਗਾ, ਦੱਸਿਆ ਸੀਗਾ। ਕਹਿੰਦੇ ਕੀ ਕਿਹਾ ਸੀ ਉਹਨਾਂ ਨੇ, ਦਿਸ ਥਿਊਰੀ does not contradict comparative cost theory of international trade।
rather supports it, ਜਿਹੜੀ ਕਿ ਕਲਾਸੀਕਲ ਇਕਨੋਮਿਸਟ ਨੇ ਥਿਊਰੀ ਦਿੱਤੀ ਸੀ ਕੰਪੈਰੀਟਿਵ ਕਾਸਟ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਕਹਿੰਦੇ ਇਹਨਾਂ ਨੇ ਇਸ ਨੂੰ ਕੰਟਰਡਿਕਟ ਨਹੀਂ ਕੀਤਾ, ਇਹ ਇਸ ਦੇ ਉਲਟ ਨਹੀਂ ਹੈ, ਉਹਨਾਂ ਨੇ ਉਸੇ ਥਿਊਰੀ ਨੂੰ ਕੀ ਕੀਤਾ ਹੈ, ਸਪੋਰਟ ਕੀਤਾ ਹੈ। ਕਹਿੰਦੇ ਅਕੋਰਡਿੰਗ ਟੂ ਕੰਪੈਰੀਟਿਵ ਕਾਸਟ ਥਿਊਰੀ, ਜੋ ਆਪਾਂ ਨੇ ਦੇਖੀ ਸੀ ਕੰਪੈਰੀਟਿਵ ਕਾਸਟ ਥਿਊਰੀ ਦੇ ਥਰੂ ਕੀ ਸੀਗਾ, ਕਹਿੰਦੇ ਇੰਟਰਨੈਸ਼ਨਲ ਟ੍ਰੇਡ ਟੇਕ ਪਲੇਸ ਬਿਕਾਜ਼ ਆਫ ਡਿਫਰੈਂਸ ਇਨ ਕੰਪੈਰੀਟਿਵ ਕਾਸਟ, ਕਿ ਜਿਹੜੀਆਂ ਡਿਫਰੈਂਟ ਕੰਟਰੀਜ਼ ਨੇ, ਫੋਰ ਐਗਜ਼ਾਮਪਲ ਉਹਨਾਂ ਨੇ ਅਸੰਪਸ਼ਨ ਲਿੱਤੀ ਸੀ ਟੂ ਕੰਟਰੀਜ਼ ਐਂਡ ਉਹਨਾਂ ਦੇ ਵਿੱਚ ਟੂ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ, ਤਾਂ ਕਹਿੰਦੇ ਉਹ ਜਿਹੜੀ ਉਹਨਾਂ ਦੇ ਵਿੱਚ ਪ੍ਰੋਡਕਸ਼ਨ ਤੇ ਕਾਸਟ ਆਉਂਦੀ ਹੈ ਕੰਪੈਰੀਟਿਵ ਕਾਸਟ ਦੋ ਕੰਟਰੀਜ਼ ਦੇ ਵਿੱਚ, ਉਹਨਾਂ ਦੇ ਵਿੱਚ ਕੀ ਹੁੰਦਾ, ਡਿਫਰੈਂਸ ਹੁੰਦਾ, ਕਿਸੇ ਦੇ ਵਿੱਚ ਜ਼ਿਆਦਾ ਕਾਸਟ ਆਉਂਦੀ ਆ ਸੇਮ ਗੁੱਡ ਪ੍ਰੋਡਿਊਸ ਕਰਨ ਤੇ, ਕਿਸੇ ਦੇ ਵਿੱਚ ਘੱਟ ਹੁੰਦੀ ਆ। ਤਾਂ ਇਹ ਕਿਸੇ ਇਹ ਰੀਜ਼ਨ ਸੀਗਾ ਮੋਸਟਲੀ ਜੋ ਹੈ ਆਪਣੀ ਇੰਟਰਨੈਸ਼ਨਲ ਟ੍ਰੇਡ ਦਾ। that on the contrary modern theory of international trade reveals the causes responsible or different in the international trade। ਕਹਿੰਦੇ ਇਹਨਾਂ ਨੇ ਇਹੀ ਰੀਜ਼ਨਸ ਦੱਸੇ ਨੇ। ਅਕੋਰਡਿੰਗ ਟੂ ਦਿਸ ਥਿਊਰੀ ਦੇयर इज अ डिफरेंस इन द फैक्टर एंडोमेंट्स अमंग डिफरेंट कंट्रीज ऑफ द वर्ल्ड। ਉਹਨਾਂ ਨੇ ਕੰਪੈਰੀਟਿਵ ਕਾਸਟ ਦੀ ਗੱਲ ਕੀਤੀ ਸੀ। ਹੁਣ ਕੰਪੈਰੀਟਿਵ ਕਾਸਟ ਕਿਸ ਚੀਜ਼ ਤੇ ਆਏਗੀ, ਫੈਕਟਰਸ ਇੰਡੋਮੈਂਟ ਤੇ ਹੀ ਆਏਗੀ, ਕਿਉਂਕਿ ਫੈਕਟਰ ਇੰਡੋਮੈਂਟ ਦੇ ਵਿੱਚ ਡਿਫਰੈਂਸ ਹੁੰਦਾ, ਤਦ ਇਹ ਕਹਿੰਦੇ ਕੰਪੈਰੀਟਿਵ ਕਾਸਟ ਦੇ ਵਿੱਚ ਵੀ ਕੀ ਹੋਏਗਾ, ਡਿਫਰੈਂਸ ਹੋਏਗਾ। ਤਾਂ ਓਹਲਿਨ ਨੇ ਕੀ ਕਿਹਾ ਹੈ, ਰਿਵੀਲ ਕੀਤਾ ਹੈ ਕਿ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਰੀਜ਼ਨ ਕੀ ਹੈ, factor endowments among the different countries of the world। why factor endowments, ਕਹਿੰਦੇ we mean the amount of a factors country poses, ਕਿ ਕਿਸ ਕੰਟਰੀ ਦੇ ਵਿੱਚ ਕਿੰਨੀ ਜਿਹੜੀ ਅਮਾਉਂਟ ਹੈ ਫੈਕਟਰ ਆਫ ਪ੍ਰੋਡਕਸ਼ਨਸ ਮੀਨਸ ਉਹਨਾਂ ਦੀ ਅਵੇਲੇਬਲ ਹੈ, ਕਿੰਨੇ ਫੈਕਟਰਸ ਨੇ। certain countries have comparatively large supply of labor, in others the supply of capital is relatively large। ਜੇ ਆਪਾਂ ਕੰਟਰੀਜ਼ ਦੀ ਗੱਲ ਕਰੀਏ ਤਾਂ ਕੁਝ ਕੰਟਰੀਜ਼ ਦੇ ਵਿੱਚ ਤਾਂ ਕਹਿੰਦੇ ਮੋਸਟਲੀ ਜਿਹੜੀ ਲੇਬਰ ਹੁੰਦੀ ਹੈ ਉਹਦੀ ਕੁਆਂਟੀਟੀ ਜ਼ਿਆਦਾ ਹੁੰਦੀ ਹੈ, ਲੇਬਰ ਫੈਕਟਰ ਜ਼ਿਆਦਾ ਪਾਇਆ ਜਾਂਦਾ ਹੈ। ਕਈ ਦੇ ਵਿੱਚ ਕਹਿੰਦੇ ਕੈਪੀਟਲ ਫੈਕਟਰ ਕੀ ਹੈ, ਜ਼ਿਆਦਾ ਪਾਇਆ ਜਾਂਦਾ ਹੈ, ਕੈਪੀਟਲ ਦੀ ਸਪਲਾਈ ਬਹੁਤ ਜ਼ਿਆਦਾ ਹੁੰਦੀ ਹੈ। ਬਿਕੋਜ਼ ਆਫ ਇਨ ਡਿਫਰੈਂਸ because of difference in factor endowments there is a difference in the prices of the factors। ਤਾਂ ਸਾਨੂੰ ਇਹ ਵੀ ਪਤਾ ਹੈ ਕਿ ਅਗਰ ਫੈਕਟਰਸ ਦੀ ਸਪਲਾਈ ਦੇ ਵਿੱਚ ਡਿਫਰੈਂਟ ਹੋਏਗਾ ਤਾਂ ਫੈਕਟਰਸ ਦੀ ਕਾਸਟ ਦੇ ਵਿੱਚ ਵੀ ਕੀ ਹੋਏਗਾ, ਪ੍ਰਾਈਸਿਸ ਦੇ ਵਿੱਚ ਵੀ ਕੀ ਹੋਏਗਾ, ਡਿਫਰੈਂਟ ਹੋਏਗਾ। ਜਿੱਥੇ ਕਹਿੰਦੇ ਲੇਬਰ ਜ਼ਿਆਦਾ ਪਾਈ ਜਾਏਗੀ ਜਿਸ ਕੰਟਰੀ ਦੇ ਵਿੱਚ, ਉੱਥੇ ਲੇਬਰ ਚੀਪੇਬਲ ਹੋਏਗੀ, ਐਂਡ ਜਿਹੜੀ ਆਪਣੀ ਕੈਪੀਟਲ ਹੈ ਉੱਥੇ ਘੱਟ ਹੋਏਗੀ, ਕੈਪੀਟਲ ਡੀਅਰ ਹੋਏਗੀ, ਐਕਸਪੈਂਸਿਵ ਹੋਏਗੀ। ਐਂਡ ਦੂਸਰੀ ਕੰਟਰੀ ਦੇ ਵਿੱਚ ਜਿੱਥੇ ਕਹਿੰਦੇ ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ ਉੱਥੇ ਕਹਿੰਦੇ ਕੈਪੀਟਲ ਚੀਪ ਹੋਏਗੀ ਐਂਡ ਜਿਹੜੀ ਲੇਬਰ ਹੈ ਉਹ ਐਕਸਪੈਂਸਿਵ ਹੋਏਗੀ। ਕਹਿੰਦੇ ਦਿਸ ਥਿਊਰੀ ਸਟੇਟਸ that the main causes of difference in comparative cost is the difference in factor endowments। ਇਹਨਾਂ ਨੇ ਵੀ ਉਹੀ ਗੱਲ ਕੀਤੀ ਹੈ ਕਿ ਕੰਪੈਰੀਟਿਵ ਕਾਸਟ ਦੇ ਵਿੱਚ ਡਿਫਰੈਂਸ ਹੁੰਦਾ, ਮੇਨ ਰੀਜ਼ਨਸ ਕੀ ਆ, ਫੈਕਟਰ ਐਂਡੋਮੈਂਟਸ ਹੈ, ਮੀਨਸ ਫੈਕਟਰਸ ਦੇ ਵਿੱਚ ਡਿਫਰੈਂਟ ਆ, ਕਿਸੇ ਕੰਟਰੀ ਦੇ ਵਿੱਚ ਕੋਈ ਫੈਕਟਰ ਜ਼ਿਆਦਾ ਹੈ, ਕਿਸੇ ਦੇ ਵਿੱਚ ਕੋਈ ਜ਼ਿਆਦਾ ਹੈ। And each country will export that commodity in commodity in the production of which such factor is used, whose supply is relatively abundant and price is relatively cheap। ਕਹਿੰਦੇ ਉਹ ਕੰਟਰੀ ਉਸੇ ਚੀਜ਼ ਨੂੰ ਐਕਸਪੋਰਟ ਕਰੇਗੀ, ਉਸੇ ਚੀਜ਼ ਦੀ ਜ਼ਿਆਦਾ ਪ੍ਰੋਡਕਸ਼ਨ ਕਰੇਗੀ ਜਿਹਦੇ ਵਿੱਚ ਕਹਿੰਦੇ ਰਿਲੇਟਿਵਲੀ ਉਸ ਕੰਟਰੀ ਦੇ ਫੈਕਟਰਸ ਤੇ ਜੋ ਕਾਸਟ ਆ ਰਹੀ ਹੈ ਉਹ ਘੱਟ ਹੈ ਤੇ ਫੈਕਟਰਸ ਦੀ ਕੁਆਂਟੀਟੀ ਕੀ ਹੈ, ਜ਼ਿਆਦਾ ਹੈ। ਤੇ ਦੂਸਰੀ ਸਾਈਡ ਕਹਿੰਦੇ ਉਹ ਕੰਟਰੀ ਕਿਸ ਚੀਜ਼ ਨੂੰ ਇੰਪੋਰਟ ਕਰੇਗੀ, ਜਿਸ ਚੀਜ਼ ਦੇ ਫੈਕਟਰ ਆਫ ਪ੍ਰੋਡਕਸ਼ਨਸ ਉਹਨਾਂ ਦੇ ਕੋਲ ਅਵੇਲੇਬਲ ਨਹੀਂ ਹੈਗੇ, ਜਿਨ੍ਹਾਂ ਦੀ ਸਪਲਾਈ ਘੱਟ ਹੈ ਤੇ ਜਿੱਤੇ ਕਾਸਟ ਜ਼ਿਆਦਾ ਆ ਰਹੀ ਹੈ, ਤਾਂ ਉਹਨੂੰ ਕੀ ਕਰੇਗੀ, ਇੰਪੋਰਟ ਕਰੇਗੀ। ਅਕੋਰਡਿੰਗ ਟੂ ਦਿਸ ਥਿਊਰੀ ਕੰਡੀਸ਼ਨਸ ਆਫ ਸਪਲਾਈ ਅਲੋਨ ਡਿਟਰਮਿਨੈਂਟ ਦਾ ਪੈਟਰਨ ਆਫ ਇੰਟਰਨੈਸ਼ਨਲ ਟ੍ਰੇਡ। ਤਾਂ ਜਿਹੜੀ ਕੰਪੈਰੀਟਿਵ ਕਾਸਟ ਦਾ ਜੋ ਹੈ ਮੇਨ ਰੀਜ਼ਨ ਕੀ ਹੈ, ਜਿਹੜੇ ਫੈਕਟਰਸ ਨੇ ਉਹਨਾਂ ਦੀ ਸਪਲਾਈ ਦੇ ਵਿੱਚ ਡਿਫਰੈਂਸ ਹੋਣਾ ਡਿਫਰੈਂਟ ਕੰਟਰੀਜ਼ ਦੇ ਵਿੱਚ। ਐਂਡ ਐਕਸਪਲੇਨੇਸ਼ਨ ਆਫ ਦਾ ਥਿਊਰੀ ਦੇ ਵਿੱਚ ਡੈਫੀਨੇਸ਼ਨ ਵੀ ਹੈ। ਡੈਫੀਨੇਸ਼ਨਸ ਕੀ ਦਿੱਤੀ ਆ, ਹੈਕਸ਼ਰ ਓਲੀ ਨੇ ਦਿੱਤੀ ਆ। ਅਕੋਰਡਿੰਗ ਟੂ ਹੈਕਸ਼ਰ ਓਲੀ theory states that difference in the relative factor endowments and factor prices between the nations is the most important causes of trade। ਕਹਿੰਦੇ trade ਦਾ main causes ਕੀ ਆ, modern economist ਹੈਕਸ਼ਰ ਓਲਿਨ ਕਹਿੰਦੇ ਨੇ ਕਿ different countries ਦੇ ਵਿੱਚ ਜਿਹੜੀ factor endowments ਹੈ, factors ਦੀ quantity ਉਹਦੇ ਵਿੱਚ ਕੀ ਹੁੰਦਾ, different ਹੁੰਦਾ ਹੈ। This theory predicts that each nation will export the commodity in the production of which a great deal of relatively abundant and cheap।
ਹੈਕਚਰੋਲਿਨ ਕਹਿੰਦੇ ਨੇ ਕਿ ਹਰ ਇੱਕ ਕੰਟਰੀ ਉਸ ਚੀਜ਼ ਨੂੰ ਐਕਸਪੋਰਟ ਕਰੇਗੀ, ਉਸ ਚੀਜ਼ ਦੀ ਪ੍ਰੋਡਕਸ਼ਨ ਜ਼ਿਆਦਾ ਕਰੇਗੀ ਜਿਸ ਦੇ ਵਿੱਚ ਉਹਦੇ ਕੋਲ ਕੀ ਆ, ਫੈਕਟਰ ਅਬੰਡੈਂਸ ਹੈ, ਫੈਕਟਰਸ ਦੀ ਜ਼ਿਆਦਾ ਸਪਲਾਈ ਹੈ, ਫੈਕਟਰਸ ਦੀ ਜ਼ਿਆਦਾ ਕੁਆਂਟੀਟੀ ਹੈ, ਠੀਕ ਹੈ। ਤੇ ਪ੍ਰਾਈਸਿਸ ਫੈਕਟਰ ਆਫ ਫੈਕਟਰਸ ਦੇ ਕੀ ਨੇ, ਘੱਟ ਨੇ, ਠੀਕ ਹੈ। ਚੀਪ ਫੈਕਟਰਸ ਅਵੇਲੇਬਲ ਨੇ। एंड import किस चीज का करेगी, import the commodity in the production of which a great deal of the relatively scarce and expensive factor is used। ਕਹਿੰਦੇ ਜਿਸ ਚੀਜ਼ ਨੂੰ ਪ੍ਰੋਡਿਊਸ ਕਰਨ ਦੇ ਲਈ ਐਕਸਪੈਂਸਿਵ ਫੈਕਟਰਸ ਯੂਜ਼ ਹੁੰਦੇ ਨੇ ਤੇ ਉਹ ਫੈਕਟਰਸ ਆਪਣੇ ਕੋਲ ਅਵੇਲੇਬਲ ਵੀ ਨਹੀਂ ਹੈਗੇ। ਹੁਣ ਜਿਹੜੇ ਫੈਕਟਰਸ ਦੀ ਜਿਸ ਕੰਟਰੀ ਦੇ ਵਿੱਚ ਸਪਲਾਈ ਘੱਟ ਹੋਏਗੀ ਤਾਂ ਇਟਸ ਮੀਨਸ ਉਹ ਐਕਸਪੈਂਸਿਵ ਹੋਣਗੇ, ਠੀਕ ਹੈ। ਤਾਂ ਉਹਨਾਂ ਦੀ ਕਾਸਟ ਵੀ ਜ਼ਿਆਦਾ ਆਏਗੀ, ਤਾਂ ਉਸ ਚੀਜ਼ ਨੂੰ ਆਪਣੇ ਕੰਟਰੀ ਦੇ ਵਿੱਚ ਪ੍ਰੋਡਿਊਸ ਨਾ ਕਰਕੇ ਬਾਹਰ ਤੋਂ ਉਸ ਚੀਜ਼ ਨੂੰ ਕੀ ਆ, ਇੰਪੋਰਟ ਕੀਤਾ ਜਾਏਗਾ। The theory also predicted that trade will lead to the reduction in the difference in factor prices between the nations। ਤਦ ਕਹਿੰਦੇ ਡਿਫਰੈਂਟ ਜਿਹੜੀਆਂ ਨੇਸ਼ਨਸ ਨੇ ਉਹਨਾਂ ਦੇ ਵਿੱਚ ਕਹਿੰਦੇ ਜਿਹੜਾ ਫੈਕਟਰ ਪ੍ਰਾਈਸਿਸ ਹੈ, ਫੈਕਟਰ ਡਿਫਰੈਂਸ ਹੋਣ ਕਰਕੇ ਤਦ ਕਹਿੰਦੇ ਉਹਨਾਂ ਨੂੰ ਕੀ ਕਰਨਾ ਹੈ, ਇਸ ਪ੍ਰੋਬਲਮ ਨੂੰ ਰਿਡਿਊਸ ਕਰਨਾ ਹੈ, ਰਿਡਕਸ਼ਨ ਕਰਨਾ ਹੈ, ਤਾਂ ਜੋ ਫੈਕਟਰਸ ਦੇ ਜਿਹੜੇ ਪ੍ਰਾਈਸ ਨੇ ਉਹ ਇਨਕਰੀਜ਼ ਨਾ ਹੋਣ। ਦੈਟ ਇਜ਼ ਅ ਰੀਜ਼ਨ ਅਕੋਰਡਿੰਗ ਟੂ ਮਾਡਰਨ theory or Haxor-Ohlin theory of international trade। ਕਹਿੰਦੇ ਜਿਹੜਾ ਓਹਲਿਨ ਮਾਡਲ ਹੈ ਉਹ ਵੀ ਟੂ ਸੈਕਟਰ ਮਾਡਲ ਹੈ, ਟੂ ਫੈਕਟਰਸ ਇਹਦੇ ਵਿੱਚ ਪਾਏ ਜਾਂਦੇ ਨੇ, ਟੂ ਕਮੋਡਿਟੀਜ਼ ਐਂਡ ਟੂ ਕੰਟਰੀਜ਼ ਕਹਿੰਦੇ, ਠੀਕ ਹੈ। 2x2 ਮਾਡਲ ਹੈ ਇਹ, ਕਲਾਸਿਕਲਸ ਦੀ ਤਰ੍ਹਾਂ ਹੀ ਕਲਾਸਿਕਲਸ ਨੇ ਵੀ ਜਿਵੇਂ ਲਿਖਤਾ ਸੀਗਾ ਕਹਿੰਦੇ, ਲੇਕਿਨ ਕਲਾਸਿਕਲਸ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਸੀ ਓਨਲੀ ਆ ਵਨ ਫੈਕਟਰ ਤੇ ਡਿਪੈਂਡ ਸੀਗੀ, ਠੀਕ ਹੈ, ਜਿਵੇਂ ਕਿ ਲੇਬਰ ਤੇ ਡਿਪੈਂਡ ਸੀ। ਲੇਕਿਨ ਇੱਥੇ ਕੀ ਹੈ, ਟੂ ਫੈਕਟਰਸ ਤੇ ਡਿਪੈਂਡ ਆ। ਦਾ ਬੇਸਿਸ ਆਫ ਟ੍ਰੇਡ ਇਜ਼ ਦਾ ਰਿਲੇਟਿਵ ਕਾਸਟ ਡਿਫਰੈਂਸ਼ੀਏਟ ਇਨ ਦਾ ਆਫ ਦਾ ਕਮੋਡਿਟੀ ਐਜ਼ ਬਿਟਵੀਨ ਆਪਣੇ ਕੰਟਰੀਜ਼, ਠੀਕ ਹੈ। ਤਾਂ ਤੁਸੀਂ ਦੇਖਦੇ ਹੋ ਕਿ ਓਹਲੀ ਨੇ ਥਿਊਰੀ ਦੇ ਵਿੱਚ ਕੀ ਆ ਕਿ ਫੈਕਟਰ ਪ੍ਰੋਡਕਸ਼ਨ ਨੂੰ ਐਨਾਲਾਈਸਿਸ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਆਪਾਂ ਪ੍ਰੋਡਕਸ਼ਨ ਕਰਦੇ ਹਾਂ ਉਹਨਾਂ ਤੇ ਜੋ ਆਪਣੀ ਪ੍ਰੋਡਕਸ਼ਨ ਕਾਸਟ ਆਉਂਦੀ ਹੈ। ਤਾਂ ਸਮ ਕੰਟਰੀਜ਼ ਹੈਵ ਅਬੰਡੈਂਸ ਆਫ ਲੇਬਰਸ, ਦੇ ਆਰ ਲੇਬਰ ਰਿਚ, ਐਂਡ ਅਦਰਸ ਹੈਵ ਅਬੰਡੈਂਸ ਆਫ ਕੈਪੀਟਲ, ਦੇ ਆਰ ਕੈਪੀਟਲ ਰਿਚ। ਮੰਨ ਲਓ ਟੂ ਕੰਟਰੀਜ਼ ਨੇ ਤਾਂ ਇੱਕ ਦੇ ਵਿੱਚ ਲੇਬਰ ਜ਼ਿਆਦਾ ਪਾਈ ਜਾਂਦੀ ਹੈ, ਦੂਸਰੇ ਵਿੱਚ ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ। ਜਿਸ ਦੇ ਵਿੱਚ ਲੇਬਰ ਜ਼ਿਆਦਾ ਪਾਈ ਜਾਏਗੀ ਉਹ ਲੇਬਰ ਅਬੰਡੈਂਟ ਕੰਟਰੀ ਹੋਏਗੀ, ਜਿਸ ਦੇ ਵਿੱਚ ਕੈਪੀਟਲ ਜ਼ਿਆਦਾ ਪਾਏਗੀ ਉਹ ਕੈਪੀਟਲ ਅਬੰਡੈਂਟ ਕੈਪੀਟਲ ਰਿਚ ਕੰਟਰੀ ਹੋਏਗੀ। ਤੇ ਜਿਹੜੀ ਕੰਟਰੀ ਦੇ ਵਿੱਚ ਲੇਬਰ ਜ਼ਿਆਦਾ ਹੈ ਉਹ ਲੇਬਰ ਨਾਲ ਰਿਲੇਟਡ ਜਿਹੜੀ ਹੈ ਆਪਣੀ ਗੁਡਸ ਦੀ ਪ੍ਰੋਡਕਸ਼ਨ ਕਰੇਗੀ। ਜਿਵੇਂ ਕਿ ਇੰਡੀਆ ਦੇ ਵਿੱਚ ਮੰਨ ਲਓ ਲੇਬਰ ਜ਼ਿਆਦਾ ਹੈ ਤਾਂ ਇੰਡੀਆ ਕਲੋਥਸ ਦੀ ਪ੍ਰੋਡਕਸ਼ਨ ਕਰੇਗੀ, ਤੇ ਇੰਡੀਆ ਵਿੱਚ ਲੇਬਰ ਦੀਆਂ ਵੇਜਿਸ ਵੀ ਕੀ ਹੋਣਗੀਆਂ, ਘੱਟ ਹੋਣਗੀਆਂ। ਤਾਂ ਇੰਡੀਆ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੇਗੀ ਕਿਉਂਕਿ ਐਜ਼ ਕੰਪੈਰੀਜ਼ਨ ਕੈਪੀਟਲ ਲੇਬਰ ਦੀ ਜਿਹੜੀ ਕਾਸਟ ਹੈ ਉਹ ਕੀ ਹੈ, ਘੱਟ ਹੈ, ਲੇਬਰ ਦੀਆਂ ਵੇਜਿਸ ਘੱਟ ਨੇ। ਤੇ ਜਿੱਥੇ ਕਹਿੰਦੇ ਕੈਪੀਟਲ ਜ਼ਿਆਦਾ ਪਾਈ ਜਾਏਗੀ ਤਾਂ ਉੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਹੋਏਗੀ, ਟੈਕਨੀਕ ਯੂਜ਼ ਹੋਏਗੀ। ਤੇ ਇਸ ਦੇ ਥਰੂ ਕਹਿੰਦੇ ਕਿਉਂਕਿ ਕੈਪੀਟਲ ਦੀ ਜਿਹੜੀ ਹੈ ਸਪਲਾਈ ਜ਼ਿਆਦਾ ਹੋਣਗੇ ਕਿ ਕੈਪੀਟਲ ਦੀ ਪ੍ਰਾਈਸਿਸ ਘੱਟ ਨੇ, ਇਸ ਦੇ ਕੰਪੈਰੀਜ਼ਨ ਲੇਬਰ ਦੀ ਪ੍ਰਾਈਸਿਸ ਕੀ ਨੇ ਉੱਥੇ ਜ਼ਿਆਦਾ ਹੋਣਗੇ। ਤਾਂ ਚੀਪੇਬਲ ਕੀ ਹੋਏਗੀ, ਕੈਪੀਟਲ ਹੋਏਗੀ, ਐਂਡ ਲੇਬਰ ਐਕਸਪੈਂਸਿਵ ਹੋਏਗੀ। ਤਾਂ ਉੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰਕੇ ਜੋ ਵੀ ਗੁੱਡਸ ਨੇ ਉਹਨਾਂ ਦੀ ਕੀ ਹੋਏਗੀ, ਪ੍ਰੋਡਕਸ਼ਨ ਹੋਏਗੀ। ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਲੇਬਰ ਰਿਚ ਕੰਟਰੀਜ਼ ਐਕਸਪੋਰਟ ਲੇਬਰ ਇੰਟੈਂਸਿਵ ਗੁੱਡਸ। ਜਿਹੜੀਆਂ ਲੇਬਰ ਰਿਚ ਕੰਟਰੀਜ਼ ਨੇ ਉਹ ਲੇਬਰ ਇੰਟੈਂਸਿਵ ਗੁੱਡਸ ਨੇ ਜਿਹੜੀਆਂ ਉਹਨਾਂ ਦਾ ਐਕਸਪੋਰਟ ਕਰਨਗੀਆਂ, ਤੇ ਜਿਹੜੀਆਂ ਕੈਪੀਟਲ ਰਿਚ ਕੰਟਰੀਜ਼ ਨੇ ਉਹ ਕੈਪੀਟਲ ਇੰਟੈਂਸਿਵ ਗੁੱਡਸ ਨੇ ਜਿਹੜੀਆਂ ਉਹ ਉਹਨਾਂ ਦਾ ਐਕਸਪੋਰਟ ਕਰਨਗੀਆਂ। ਤਾਂ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਜਿਹੜੀ ਉਹ ਅਕਰ ਕਰੇਗੀ। ਦਿਸ ਇਜ਼ ਦਾ ਥਿਊਰੀ, ਠੀਕ ਹੈ। ਐਂਡ ਦ ਨੈਕਸਟ ਇਜ਼ assumptions of Haxor-Ohlin theory। ਤਾਂ ਬੇਸਿਕ ਜਿਹੜੀਆਂ assumptions ਨੇ Haxor-Ohlin theory ਦੀਆਂ ਉਹ ਆਪਾਂ ਰੀਡ ਕਰਦੇ ਹਾਂ। The first is the theory relates to country, two commodities and two factors। There is called 2x2 model। ਤਾਂ Haxor-Ohlin ਨੇ ਵੀ ਕੀ ਕਿਹਾ, ਕਲਾਸੀਕਲ ਦੀ ਤਰ੍ਹਾਂ ਹੀ ਕਿ ਪੂਰੇ ਵਰਲਡ ਦੇ ਵਿੱਚ ਓਨਲੀ ਟੂ ਹੀ ਕੰਟਰੀਜ਼ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਕਹਿੰਦੇ ਟੂ ਕਮੋਡਿਟੀਜ਼ ਦੀ ਹੀ ਪ੍ਰੋਡਕਸ਼ਨ ਹੋ ਰਹੀ ਹੈ, ਤੇ ਟੂ ਫੈਕਟਰਸ ਨੇ ਜਿਹੜੇ ਉਹ ਯੂਜ਼ ਕੀਤੇ ਜਾਂਦੇ ਨੇ। ਜਦਕਿ ਉਹਨਾਂ ਨੇ ਵਨ ਫੈਕਟਰ ਬੋਲਿਆ ਸੀ, ਇੱਥੇ ਇਹਨਾਂ ਨੇ ਫੈਕਟਰਸ ਟੂ ਫੈਕਟਰ ਦੀ ਗੱਲ ਕੀਤੀ ਹੈ, ਦੈਟ ਇਜ਼ ਅ ਲੇਬਰ ਐਂਡ ਕੈਪੀਟਲ। ਐਂਡ ਦ ਸੈਕੰਡ ਇਜ਼ ਅ there is a same production function for each commodity in two countries। ਕਹਿੰਦੇ same production function ਜਿਵੇਂ ਕਿ ਲੇਬਰ ਤੇ ਕੈਪੀਟਲ ਤੇ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਡਿਪੈਂਡ ਹੋਏਗੀ, ਦੋਹੇ ਕੰਟਰੀਜ਼ ਦੇ ਵਿੱਚ ਯੂਜ਼ ਕੀਤਾ ਜਾਏਗਾ। ਫੈਕਟਰ ਆਰ ਮੋਬਾਈਲ ਵਿਦ each country but immobile between two countries।
ਅਗਰ ਆਪਾਂ ਫੈਕਟਰ ਆਫ ਪ੍ਰੋਡਕਸ਼ਨਸ ਮੀਨਸ ਲੇਬਰ ਤੇ ਕੈਪੀਟਲ ਦੀ ਗੱਲ ਕਰੀਏ ਤਾਂ ਇੱਕ ਕੰਟਰੀ ਦੇ ਵਿੱਚ ਕਹਿੰਦੇ ਉਹ ਮੂਵ ਕਰ ਸਕਦੇ ਨੇ, ਲੇਕਿਨ ਇੱਕ ਕੰਟਰੀ ਤੋਂ ਬਾਹਰ ਦੂਸਰੀ ਕੰਟਰੀ ਦੇ ਵਿੱਚ ਉਹ ਮੂਵ ਨਹੀਂ ਕਰ ਸਕਦੇ। देयर इज अ परफेक्ट कंपटीशन इन ऑल मार्केट्स, इन्होंने ये बोलिया है कि जी मार्केट है वो परफेक्ट कंपटीशन है। ऑल फैक्टर्स आर फुली इंप्लॉयड, जिन्ने भी फैक्टर्स यूज किए जाते हैं वो फुली इंप्लॉयड ने। द फैक्टर गेट देयर रिवार्ड इन अकॉर्डिंग विद देयर मार्जिनल प्रोडक्टिविटी। अगर लेबर है तो उन्होंने जी वेजिस है वो किस दे इक्वल मिल गया, मार्जिनल प्रोडक्टिविटी के इक्वल मिल गया जिन्नी वो प्रोडक्शन करती है। एंड उस तो बाद प्राइसिस ऑफ द कमोडिटीज आर इक्वल टू मार्जिनल प्रोडक्टिविटी, जो प्राइसिस है गुड्स का वो भी कहते मार्जिनल प्रोडक्टिविटी के ही इक्वल रखा जाएगा। नो रिस्ट्रिक्शंस इज इम्पोज्ड ऑफ ऑन द एक्सचेंज ऑफ गुड, कहते एक्सचेंज ऑफ गुड ते कोई भी रिस्ट्रिक्शंस नहीं हैगी, मींस गवर्नमेंट का रोल नहीं हैगा। फ्री ट्रेड है जी एडजस्ट करती है बिटवीन द टू कंट्रीज, मींस कोई भी टैरिफ बैरियर्स इंपोर्ट एक्सपोर्ट कोटा नहीं हैगा। टेक्निक्स ऑफ प्रोडक्शन इंप्लॉयड इन टू कंट्रीज इज सेम, कहते जिहड़ियां टेक्निक्स ऑफ प्रोडक्शंस ने दो कंट्रीज के विच यूज कीतियां जांदियां ने वो सेम ने। देयर इज अ लैक ऑफ ट्रांसपोर्ट कॉस्ट, कोई भी ट्रांसपोर्ट कॉस्ट नहीं आ रही जदों आपां गुड्स नूं ट्रांसफर करते एक जगह तो सैकेंड जगह ते। फैक्टर इंडोमेंट्स आर डिफरेंट इन टू कंट्रीज, कहते जिहड़े फैक्टर इंडोमेंट्स ने फैक्टर रिसोर्सिस ने और डिफरेंस ने दोने कंट्रीज दे विच। Goods can be classified on the basis of factor intensity, कहते गुड्स ਨੂੰ ਆਪਾਂ ਡਿਵਾਈਡ ਕਰਦੇ ਹਾਂ ਫੈਕਟਰ ਇੰਟੈਂਸਿਟੀ की फैक्टर की क्वांटिटी कितनी है, सच एज कैपिटल इंटेंसिव गुड्स प्रोड्यूस करिए ਜਾਂ ਫਿਰ लेबर इंटेंसिव गुड्स प्रोड्यूस करिए। जिथे लेबर ज़्यादा होएगी उत्थे लेबर इंटेंसिव टेक्निक के थ्रू लेबर इंटेंसिव गुड्स की प्रोडक्शन होएगी, जिथे कैपिटल ज़्यादा यूज होएगी एज कंपैरिजन लेबर उत्थे कैपिटल इंटेंसिव टेक्निक्स के थ्रू कैपिटल इंटेंसिव गुड्स की प्रोडक्शन होएगी। These are the basic assumptions, and the last is production function of all goods is homogeneous of the first degree. It means that output will be doubled if all factor of productions are doubled। कहते जी अपनी all production functions ਦੇ ਵਿੱਚ ਕਹਿੰਦੇ production ਹੋ ਰਹੀ ਹੈ goods ਦੀ, ਉਹ ਸਾਰੇ products homogeneous ਨੇ। फर्स्ट डिग्री की प्रोडक्शन हो रही है मतलब जिन्ने इनपुट्स लगावांगे उस तो डबल जी है अपनी आउटपुट होएगी, जिन्ने इनपुट्स उन्नी ही आउटपुट। एंड द नेक्स्ट इज एक्सप्लेनेशन ऑफ द थ्योरी, हैक्शर ओहलिन थ्योरी दी एक्सप्लेनेशन देखते हैं अपना। अकॉर्डिंग टू हैक्शर ओहलिन की कहते हैं, अकॉर्डिंग टू हैक्शर ओहलिन इंटरनेशनल ट्रेड आ स्पेशल केस ऑफ इंटर रीजनल ट्रेड। कहते इंटर रीजनल ट्रेड की तरह ही जोड़ा है अपना इंटरनेशनल ट्रेड है। डिफरेंट रीजनस हैव डिफरेंट फैक्टर एंडोमेंट्स, जिवें कि एक कंट्री दे विच जिहड़े डिफरेंट रीजनस हुंदे ने उन्हां दे विच डिफरेंट फैक्टर एंडोमेंट्स हुंदी है, ठीक है। That is, some regions have abundance of labor but scarcity of capitals, while other regions have abundance of capitals but scarcity of labor। कुछ कहते रीजनस ਦੇ ਵਿੱਚ ਲੇਬਰ ਜ਼ਿਆਦਾ ਤੇ ਕੈਪੀਟਲ ਘੱਟ ਹੁੰਦੀ ਆ, ਕੁਝ ਦੇ ਵਿੱਚ ਕਹਿੰਦੇ ਕੈਪੀਟਲ ਜ਼ਿਆਦਾ ਤੇ ਲੇਬਰ ਕੀ ਹੁੰਦੀ ਆ ਘੱਟ ਹੁੰਦੀ ਆ। ਡਿਫਰੈਂਟ ਗੁੱਡਸ ਹੈਵ ਡਿਫਰੈਂਟ ਪ੍ਰੋਡਕਸ਼ਨ ਫੰਕਸ਼ਨਸ, ਤਾਂ ਡਿਫਰੈਂਟ ਗੁੱਡਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਡਿਫਰੈਂਟ ਫੰਕਸ਼ਨ ਪ੍ਰੋਡਕਸ਼ਨ ਫੰਕਸ਼ਨਸ ਦੇ ਥਰੂ। फैक्टर्स आर कंबाइंड इन डिफरेंट प्रपोर्शन टू प्रोड्यूस डिफरेंट कमोडिटीज, तो जिन्ने भी फैक्टर ऑफ प्रोडक्शंस ने लेबर एंड कैपिटल कहते उन्होंने डिफरेंट क्वांटिटीज के थ्रू उन्होंने यूज करके डिफरेंट प्रपोर्शन है जो गुड्स का वो प्रोड्यूस किया जाता है। तो सम गुड्स आर प्रोड्यूस्ड बाय एम्प्लॉइंग रिलेटिवली लार्ज प्रपोर्शन ऑफ लेबर एंड रिलेटिवली स्मॉल प्रपोर्शन ऑफ कैपिटल्स। कहते जो फैक्टर प्रोडक्शन यूज करते हैं तो जिथे लेबर ज़्यादा है तो उत्थे लेबर को ज़्यादा यूज करके जोड़ा है नाल कैपिटल का स्मॉल प्रपोर्शन यूज किया जाता है, तो जिथे कैपिटल ज़्यादा है उत्थे टैक्नोलॉजी टैक्नीक्स ज़्यादा यूज की जाती ने, मीनस लेबर का नाल स्मॉल पोर्शन है जो यूज किया जाता है। कहते इन दिस वे ईच रीजन इज सुटेबल फॉर द प्रोडक्शन ऑफ दोज गुड्स फॉर हुज प्रोडक्शंस इट हैज रिलेटिवली अबंडेंट सप्लाई ऑफ रिक्वायर्ड फैक्टर्स, की जेडे अपने रिक्वायर्ड फैक्टर्स ने उन्होंने जी सप्लाई जिन्नी आपको चाहिए आ हर एक कहते प्रोडक्ट की प्रोडक्शन उस पर डिपेंड करती है। आर रीजन इज नॉट सुटेबल फॉर द प्रोडक्शन ऑफ दोज गुड्स फॉर
whose production has relatively scarce or zero supply of essential factors। ਕਹਿੰਦੇ ਜਿਸ ਏਰੀਆ ਦੇ ਵਿੱਚ, ਜਿਸ ਰੀਜਨ ਦੇ ਵਿੱਚ, ਜਿਸ ਕੰਟਰੀ ਦੇ ਵਿੱਚ ਕਹਿੰਦੇ ਜਿਸ ਪ੍ਰੋਡਕਟ ਦੀ ਪ੍ਰੋਡਕਸ਼ਨ ਦੇ ਲਈ ਸਪਲਾਈ ਫੈਕਟਰਸ ਦੀ ਜ਼ੀਰੋ ਹੈ ਤਾਂ ਉਹ ਉਸ ਗੁੱਡ ਦੀ ਪ੍ਰੋਡਕਸ਼ਨ ਨਹੀਂ ਕਰ ਪਾਣਗੇ। ਠੀਕ ਹੈ, ਕਿਉਂਕਿ ਉਹਨਾਂ ਦੀ ਪੂਰੀ ਤਰ੍ਹਾਂ ਸਕਾਰਸਿਟੀ ਹੈ। ਐਂਡ ਡਿਫਰੈਂਟ ਰੀਜਨਸ ਹੈਵ ਡਿਫਰੈਂਟ ਕੈਪੈਸਿਟੀ ਟੂ ਪ੍ਰੋਡਿਊਸ ਡਿਫਰੈਂਟ ਕਮੋਡਿਟੀਜ਼। ਤਾਂ ਕਹਿੰਦੇ ਡਿਫਰੈਂਟ ਇੱਕ ਕੰਟਰੀ ਦੇ ਅੰਦਰ ਰੀਜਨਸ ਦੇ ਅੰਦਰ ਕੈਪੈਸਿਟੀ ਹੁੰਦੀ ਹੈ ਡਿਫਰੈਂਟ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨ ਦੀ। ਜਿਵੇਂ ਕਿ ਆਸਾਮ ਦੇ ਵਿੱਚ ਟੀ ਜ਼ਿਆਦਾ ਹੁੰਦੀ ਆ, ਠੀਕ ਹੈ, ਐਂਡ ਜਿਵੇਂ ਆਪਣੇ ਕਸ਼ਮੀਰ ਦੇ ਵਿੱਚ ਐਪਲ ਜ਼ਿਆਦਾ ਹੁੰਦੇ ਨੇ, ਹਿਮਾਚਲ ਦੇ ਵਿੱਚ ਕਿਉਂਕਿ ਉੱਥੇ ਉਹ ਏਰੀਆ ਕਲਾਈਮੇਟਸ ਕੀ ਆ ਪ੍ਰੈਫਰੇਬਲ ਹੈ। ਤਾਂ ਇਸ ਤਰ੍ਹਾਂ ਡਿਫਰੈਂਟ ਰੀਜਨ ਦੇ ਵਿੱਚ ਡਿਫਰੈਂਟ ਜਿਹੜੀ ਹੈ ਆਪਣੀ type of production होएगी। The main causes of international trade along with inter-regional trade according to Ohlin, immediate causes of inter-regional trade is always that goods can be bought cheaper in the terms of money than they can be produced at home। Here is the case of international trade। ਹੈ ਤੇ ਆਪਣਾ ਜਿਹੜਾ ਹੈਕਚਰ ਓਨਲੀ ਨਾ ਉਹਨੇ ਆਪਣੇ ਆਰਟੀਕਲ ਦੇ ਵਿੱਚ ਦਾ ਇਫੈਕਟ ਆਫ ਫੋਰਨ ਟ੍ਰੇਡ ਔਨ ਡਿਸਟ੍ਰੀਬਿਊਸ਼ਨ ਆਫ ਇਨਕਮ ਜਿਹੜਾ ਪਬਲਿਸ਼ ਕੀਤਾ ਸੀ 1990 ਦੇ ਵਿੱਚ, ਉਹਨੂੰ ਉਹਦੇ ਵਿੱਚ ਸਪੋਰਟ ਕੀਤਾ ਸੀ ਆਪਣੀ ਕਲਾਸੀਕਲ ਥਿਊਰੀ ਆਫ ਕੰਪੈਰੀਟਿਵ ਕਾਸਟ and maintain the international trade took place because of different in comparative cost। ਇਹਨਾਂ ਨੇ ਵੀ ਇਹ ਬੋਲਿਆ ਹੈ ਕਿ ਜਿਵੇਂ ਕਿ ਕੰਪੈਰੀਟਿਵ ਕਾਸਟ ਥਿਊਰੀ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਆਪਾਂ ਗੁੱਡਸ ਦੀ ਪ੍ਰੋਡਕਸ਼ਨ ਕਰਦੇ ਸੀਗੇ ਤਾਂ A ਤੇ B ਕੰਟਰੀਜ਼ ਦੇ ਵਿੱਚ ਤਾਂ ਐਜ਼ ਕੰਪੈਰੀਜ਼ਨ A B ਕੰਟਰੀ ਤਾਂ A ਕੰਟਰੀ ਦੇ ਵਿੱਚ ਕਿਸੇ ਗੁੱਡ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਸੀ, ਵੀ ਉੱਤੇ ਕਾਸਟ ਘੱਟ ਆਉਂਦੀ ਸੀ B ਦੇ ਕੰਪੈਰੀਜ਼ਨ, ਕਿਉਂਕਿ ਉੱਥੇ ਕਿਸੇ ਉਸ ਚੀਜ਼ ਦੀ ਫੈਕਟਰ ਐਂਡੋਮੈਂਟ ਸੀ। ਇਸੇ ਤਰ੍ਹਾਂ B ਦੇ ਵਿੱਚ ਦੂਸਰੇ ਪ੍ਰੋਡਕਟ ਤੇ ਕਾਸਟ ਘੱਟ ਆਉਂਦੀ ਸੀ ਕਿਉਂਕਿ ਉੱਥੇ ਉਸ ਗੁੱਡ ਨੂੰ ਪ੍ਰੋਡਿਊਸ ਕਰਨ ਲਈ ਫੈਕਟਰ ਅਵੇਲੇਬਲ ਸੀ। ਕਹਿੰਦੇ ਮੇਨ ਰੀਜ਼ਨ ਸੀ ਕੀ ਸੀਗਾ ਕੰਪੈਰੀਟਿਵ ਕਾਸਟ ਥਿਊਰੀ ਦੇ ਅਪਲਾਈ ਹੋਣ ਦਾ, ਫੈਕਟਰ ਐਂਡੋਮੈਂਟਸ ਮੀਨਸ ਫੈਕਟਰਸ ਦਾ ਕਿਤੇ ਜ਼ਿਆਦਾ ਹੋਣਾ ਤੇ ਕਿਤੇ ਘੱਟ ਹੋਣਾ ਤੇ ਉੱਥੇ ਉਸੇ ਤਰ੍ਹਾਂ ਦੀ ਕੀ ਹੋਏਗੀ ਪ੍ਰੋਡਕਸ਼ਨ ਹੋਏਗੀ। ਹੈਕਸ਼ਰ ਨੇ ਕਹਿੰਦੇ ਆਪਣੇ ਟੂ ਡਿਫਰੈਂਸ ਦੱਸੇ ਨੇ ਕੰਪੈਰੀਟਿਵ ਕਾਸਟ ਦੇ ਕਰਕੇ ਕਿ ਜਿਹੜੇ ਟੂ ਰੀਜ਼ਨਸ ਕੰਪੈਰੀਟਿਵ ਕਾਸਟ ਥਿਊਰੀ ਜਿਨ੍ਹਾਂ ਦੇ ਕਰਕੇ ਅਪਲਾਈ ਹੁੰਦੀ ਆ, ਠੀਕ ਹੈ, ਜਿਹੜੀ ਕਲਾਸੀਕਲਸ ਨੇ ਆਪਾਂ ਨੂੰ ਕੰਪੈਰੀਟਿਵ ਕਾਸਟ ਥਿਊਰੀ ਦਿੱਤੀ ਸੀਗੀ, ਕਹਿੰਦੇ ਇਹ ਟੂ ਰੀਜ਼ਨਸ ਕਰਕੇ ਅਪਲਾਈ ਹੁੰਦੀ ਹੈ। ਤਾਂ ਫਰਸਟ ਇਜ਼ ਡਿਫਰੈਂਸ ਇਨ ਫੈਕਟਰ ਐਂਡੋਮੈਂਟਸ, ਕਹਿੰਦੇ ਸਾਧਨਾਂ ਦੀ ਪੂਰਤੀ ਦੇ ਵਿੱਚ ਅੰਤਰ ਹੁੰਦਾ ਹੈ। ਐਂਡ ਦ ਸੈਕਿੰਡ ਇਜ਼ ਆ ਡਿਫਰੈਂਸ ਇਨ ਫੈਕਟਰ ਇੰਟੈਂਸਿਟੀਜ਼, ਕਹਿੰਦੇ ਇੱਕ ਕੀ ਹੁੰਦਾ ਸਾਧਨਾਂ ਦੀ ਗਹਿਨਤਾ ਚ ਅੰਤਰ। ਇਹ ਦੋ ਰੀਜ਼ਨਸ ਨੇ ਜਿਹਦੇ ਕਰਕੇ ਜਿਹੜਾ ਆਪਣਾ ਕੰਪੈਰੀਟਿਵ ਡਿਫਰੈਂਸ ਇਨ ਕੰਪੈਰੀਟਿਵ ਕਾਸਟ, ਠੀਕ ਹੈ, ਜਿਹੜੀ ਟੂ ਕੰਟਰੀਜ਼ ਦੀ ਕੰਪੈਰੀਟਿਵ ਕਾਸਟ ਉਹਦੇ ਵਿੱਚ ਡਿਫਰੈਂਸ ਹੁੰਦਾ ਜਿਹਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਜਿਹੜੀ ਅਕਰ ਕਰਦੀ ਆ। ਕਹਿੰਦੇ ਇਹ ਟੂ ਰੀਜ਼ਨਸ ਕਰਕੇ ਹੈਕਚਰ ਓਨਲੀ ਨੇ ਕਿਹਾ ਕਿ the immediate causes of international trade is the difference in the relatively commodity prices। The causes of difference in the relative prices of the commodity is the difference in the amount of factor endowments like capital and labor। ਕਹਿੰਦੇ ਲੇਬਰ ਐਂਡ ਕੈਪੀਟਲ ਟੂ ਫੈਕਟਰਸ ਨੇ, ਇਹਨਾਂ ਦੀ ਕੁਆਂਟੀਟੀ ਸਪਲਾਈ ਦੇ ਵਿੱਚ ਡਿਫਰੈਂਸ ਹੋਣਾ ਮੇਨ ਰੀਜ਼ਨ ਹੈ, ਕੰਪੈਰੀਟਿਵ ਕਾਸਟ ਦੇ ਵਿੱਚ ਡਿਫਰੈਂਸ ਹੋਣਾ। ਥੀਸ ਡਿਫਰੈਂਸ ਕਾਜ਼ਸ ਡਿਫਰੈਂਸ ਇਨ the prices of the factors due to the difference in the factor prices, that difference in the relative price of the commodity take place and is the difference in the country। ਮੇਨ ਕਾਜ਼ਸ ਕੀ ਮੀਨਸ ਇੰਟਰਨੈਸ਼ਨਲ ਟ੍ਰੇਡ ਦਾ ਫੈਕਟਰਸ ਐਂਡੋਮੈਂਟਸ ਦੇ ਵਿੱਚ ਡਿਫਰੈਂਸ ਹੋਣਾ, ਕਿਉਂਕਿ ਫੈਕਟਰ ਐਂਡੋਮੈਂਟਸ ਦੇ ਵਿੱਚ ਡਿਫਰੈਂਸ ਹੋਣ ਦੇ ਲਈ ਕਹਿੰਦੇ ਕਿਤੇ ਕੋਈ ਫੈਕਟਰ ਜ਼ਿਆਦਾ ਹੋਏਗਾ, ਲੇਬਰ ਜ਼ਿਆਦਾ ਹੋਏਗੀ, ਦੂਸਰੀ ਕੰਟਰੀ ਦੇ ਵਿੱਚ ਕੀ ਹੈ ਕੈਪੀਟਲ ਜ਼ਿਆਦਾ ਹੋਏਗੀ, ਜਿਸ ਦੇ ਵਿੱਚ ਲੇਬਰ ਜ਼ਿਆਦਾ ਹੋਏਗੀ ਉਹ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੇਗੀ, ਠੀਕ ਹੈ, ਕਿਉਂਕਿ ਉੱਥੇ ਲੇਬਰ ਸਸਤੀ ਹੈ, ਵੇਜਿਸ ਘੱਟ ਨੇ, ਲੇਬਰ ਦੀ ਸਪਲਾਈ ਡਿਮਾਂਡ ਤੋਂ ਜ਼ਿਆਦਾ ਹੈ ਤੇ ਉੱਥੇ ਕੈਪੀਟਲ ਘੱਟ ਹੈ, ਕੈਪੀਟਲ ਐਕਸਪੈਂਸਿਵ ਹੋਏਗੀ ਤਾਂ ਕੈਪੀਟਲ ਨੂੰ ਯੂਜ਼ ਨਹੀਂ ਕਰੇਗਾ, ਕੈਪੀਟਲ ਨਾਲ ਰਿਲੇਟਡ ਗੁੱਡਸ ਦੀ ਪ੍ਰੋਡਕਸ਼ਨ ਘੱਟ ਹੋਏਗੀ ਤਾਂ ਲੇਬਰ ਨਾਲ ਰਿਲੇਟਡ ਗੁੱਡਸ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤਾਂ ਉਹ ਲੇਬਰ ਨਾਲ ਰਿਲੇਟਡ ਗੁੱਡਸ ਦੀ ਪ੍ਰੋਡਕਸ਼ਨ ਕਰੇਗਾ ਤੇ ਜੋ ਸਰਪਲਸ ਹੋਏਗਾ ਉਹ ਬੀ ਕੰਟਰੀ ਦੇ ਵਿੱਚ ਸੇਲ ਕਰ ਦੇਗਾ। ਇਸੇ ਤਰ੍ਹਾਂ ਬੀ ਕੰਟਰੀ ਦੇ ਵਿੱਚ ਕਹਿੰਦੇ ਜਦੋਂ ਕੈਪੀਟਲ ਜ਼ਿਆਦਾ ਹੈ, ਕੈਪੀਟਲ ਅਬੰਡੈਂਟ ਹੈ ਤੇ ਜਿਹੜੀ ਆਪਣੀ ਲੇਬਰ ਹੈ ਉਹ ਰੇਅਰ ਹੈ ਤਾਂ ਫਿਰ ਕੀ ਹੋਏਗਾ ਉੱਥੇ ਕੈਪੀਟਲ ਸਸਤੀ ਹੋਏਗੀ, ਚੀਪੇਬਲ ਹੋਏਗੀ ਐਜ਼ ਕੰਪੈਰੀਜ਼ਨ ਟੂ ਲੇਬਰ। ਲੇਬਰ ਦੀ ਵੇਜਿਸ ਜ਼ਿਆਦਾ ਹੋਣਗੇ ਕਿਉਂਕਿ ਲੇਬਰ ਦੀ ਸਪਲਾਈ ਘੱਟ ਹੈ ਤਾਂ ਉੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਏਗੀ ਤੇ ਕੈਪੀਟਲ ਰਿਲੇਟਡ ਜੋ ਵੀ ਪ੍ਰੋਡਕਸ਼ਨ ਨੇ ਪ੍ਰੋਡਕਟਸ ਨੇ ਉਹਨਾਂ ਦੀ ਪ੍ਰੋਡਕਸ਼ਨ ਕੀਤੀ ਜਾਏਗੀ ਤੇ ਉਹਨਾਂ ਦਾ ਜਿਹੜਾ ਸਰਪਲਸ ਹੈ ਉਹ ਇਹ ਕੰਟਰੀ ਦੇ ਵਿੱਚ ਕੀ ਆ ਸੇਲ ਕੀਤਾ ਜਾਏਗਾ। ਇਸੇ ਤਰ੍ਹਾਂ ਕਹਿੰਦੇ ਅਬੰਡੈਂਸ ਔਰ scarcity of a factor of Hector-Ohlin theory has been explained on the basis of two criteria। ਕਹਿੰਦੇ ਇਸੇ ਤਰ੍ਹਾਂ ਜਿਹੜੀ ਹੈਕਚਰ-ਓਲਿਨ ਥਿਊਰੀ ਹੈ ਫੈਕਟਰ ਐਂਡੋਮੈਂਟਸ ਥਿਊਰੀ ਜਿਹਨੂੰ ਬੋਲਿਆ ਜਾਂਦਾ ਹੈ ਉਹਨੂੰ ਟੂ ਕ੍ਰਾਈਟੇਰੀਆਸ ਦੇ ਥਰੂ ਐਕਸਪਲੇਨ ਕੀਤਾ ਜਾ ਸਕਦਾ ਹੈ। ਫਰਸਟ ਇਜ਼ ਦਾ
ਹੈ ਆਪਣਾ ਪ੍ਰਾਈਸ ਕ੍ਰਾਈਟੇਰੀਆ। ਕਹਿੰਦੇ ਪ੍ਰਾਈਸਿਸ ਦੇ ਬੇਸ ਤੇ ਜਿਹੜੇ ਫੈਕਟਰ ਦੇ ਪ੍ਰਾਈਸਿਸ ਨੇ ਉਹਨਾਂ ਦੇ ਬੇਸ ਤੇ ਡਿਫਰੈਂਸ। ਐਂਡ ਦ ਸੈਕੰਡ ਇਜ਼ ਅ ਫਿਜ਼ੀਕਲ ਕ੍ਰਾਈਟੇਰੀਆ। ਤਾਂ ਇਹ ਟੂ ਰੀਜ਼ਨਸ ਨੇ ਹੈਕਚਰੋਲਿਨ ਦੇ ਥਰੂ ਫੈਕਟਰ ਐਂਡੋਮੈਂਟਸ ਦੇ ਜੋ ਕਾਜ਼ਿਸ ਨੇ। ਤਾਂ ਫਰਸਟ ਇਜ਼ ਪ੍ਰਾਈਸ ਐਂਡ ਸੈਕੰਡ ਇਜ਼ ਅ ਫਿਜ਼ੀਕਲ ਕ੍ਰਾਈਟੇਰੀਆ। ਤਾਂ ਆਪਾਂ ਇਹਨਾਂ ਦੋਨਾਂ ਨੂੰ ਵਨ ਬਾਏ ਵਨ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਹੈ ਆਪਣਾ ਪ੍ਰਾਈਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ। ਤਾਂ ਇਹਨੂੰ ਪ੍ਰਾਈਸ ਕ੍ਰਾਈਟੇਰੀਆ ਦੇ ਥਰੂ ਆਪਾਂ ਸਮਝਦੇ ਹਾਂ ਫੈਕਟਰ ਐਂਡੋਮੈਂਟਸ ਨੂੰ। ਠੀਕ ਹੈ, ਤਾਂ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ। ਕਹਿੰਦੇ ਪ੍ਰਾਈਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ ਮੀਨਸ ਦੈਟ ਅ ਕੰਟਰੀ। ਕਹਿੰਦੇ ਸਕਾਰਸਿਟੀ ਦੇ ਥਰੂ ਦੇਖਦੇ ਹਾਂ ਕਿ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਕਿੱਦਾਂ ਹੁੰਦਾ ਤੇ ਫੈਕਟਰ ਐਂਡੋਮੈਂਟਸ ਦੇ ਕਰਕੇ। ਕਹਿੰਦੇ ਵੇਅਰ capital is relatively cheap and labor relatively dear will be called capital abundant country even if the quantity of capital in that country is relatively less। ਕੈਪੀਟਲ ਅਬੰਡੈਂਟ ਕੰਟਰੀ ਉਦੋਂ ਬੋਲਾਂਗੇ ਜਦੋਂ ਕਹਿੰਦੇ ਕੈਪੀਟਲ ਜਿਹੜੀ ਹੈ ਚੀਪ ਹੈ ਤੇ ਜਿਹੜੀ ਆਪਣੀ ਲੇਬਰ ਹੈ ਉਹ ਕੀ ਹੈ, ਡੀਅਰ ਹੈ। ਲੇਬਰ ਐਕਸਪੈਂਸਿਵ ਹੈ ਤਦ ਕਹਿੰਦੇ ਕੀ ਹੈ ਉੱਥੇ ਉਹਨੂੰ ਆਪਾਂ ਕੈਪੀਟਲ ਅਬੰਡੈਂਟ ਕੰਟਰੀ ਬੋਲਾਂਗੇ। ਇਫ ਕੈਪੀਟਲ ਇਜ਼ ਰਿਲੇਟਿਵਲੀ ਡੀਅਰ ਐਂਡ ਲੇਬਰ ਰਿਲੇਟਿਵਲੀ ਚੀਪ ਸਚ ਐਜ਼ ਅ ਕੰਟਰੀ ਵਿਲ ਬੀ ਆ ਕਾਲਡ ਕੈਪੀਟਲ ਸਕਾਰਸ। ਜਿੱਥੇ ਕਹਿੰਦੇ ਲੇਬਰ ਜ਼ਿਆਦਾ ਹੈ ਤੇ ਕੈਪੀਟਲ ਘੱਟ ਹੈ ਤਾਂ ਉਹਨੂੰ ਕੀ ਬੋਲਿਆ ਜਾਏਗਾ, ਕੈਪੀਟਲ ਸਕੇਅਰ ਕੰਟਰੀ ਬੋਲਿਆ ਜਾਏਗਾ ਕਿ ਉੱਥੇ ਕੈਪੀਟਲ ਦੀ ਕੀ ਆ, ਸਕਾਰਸਿਟੀ ਹੈ। ਤਾਂ ਫਿਰ ਕਹਿੰਦੇ ਕੀ ਹੋਏਗਾ, ਇਵਨ ਇਫ ਦ ਕੁਆਂਟੀਟੀ ਆਫ ਕੈਪੀਟਲ ਇਜ਼ ਸਚ ਐਜ਼ ਦ ਕੰਟਰੀ ਇਜ਼ ਰਿਲੇਟਿਵਲੀ ਮੋਰ ਇਨ ਅਦਰ words the criteria of factor abundance or factor scarcity is not a quantum of factor what its prices। ਕਹਿੰਦੇ ਫੈਕਟਰ ਜਿਹੜੀ ਸਕਾਰਸਿਟੀ ਤੇ ਫੈਕਟਰ ਅਬੰਡੈਂਟ ਹੈ ਇਹੀ ਜਿਹੜਾ ਪ੍ਰਾਈਸਿਸ ਫਿਕਸ ਹੋਣ ਦਾ ਮੇਨ ਰੀਜ਼ਨ ਹੈ। ਕਿਉਂਕਿ ਜਿੱਥੇ ਕਹਿੰਦੇ ਆਪਣੀ ਫੈਕਟਰ ਐਂਡੋਮੈਂਟਸ ਹੋਏਗੀ ਉੱਥੇ ਕਹਿੰਦੇ ਉਸ ਚੀਜ਼ ਦੀ ਪ੍ਰੋਡਕਸ਼ਨ ਨਾਲ ਰਿਲੇਟਡ ਜਿਹੜੇ ਪ੍ਰਾਈਸਿਸ ਨੇ ਘੱਟ ਹੋਣਗੇ ਤੇ ਜਿੱਥੇ ਫੈਕਟਰ ਸਕਾਰਸਿਟੀ ਹੋਏਗੀ ਅਗਰ ਉਹੀ ਚੀਜ਼ ਉਹ ਨੂੰ ਉੱਥੇ ਪ੍ਰੋਡਿਊਸ ਕਰੀਏ ਤਾਂ ਸਕਾਰਸਿਟੀ ਹੋਣ ਕਰਕੇ ਉੱਥੇ ਪ੍ਰਾਈਸਿਸ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ। ਤਾਂ ਆਪਾਂ ਡਾਇਗਰਾਮੈਟਿਕਲ ਇਲਿਸਟ੍ਰੇਸ਼ਨ ਦੇ ਥਰੂ ਐਗਜ਼ਾਮਪਲ ਦੇ ਥਰੂ ਆਪਾਂ ਦੇਖਦੇ ਹਾਂ ਕਿ ਇਹ ਕਿੱਦਾਂ ਹੋਏਗਾ ਕਿ ਜਿਹੜੀ ਆਪਣੀ ਪ੍ਰਾਈਸਿਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ ਦਾ ਮੇਨ ਰੀਜ਼ਨ ਕੀ ਹੈ ਇਹ। ਤਾਂ ਲੈਟ ਅਸ ਟੇਕ ਆਪਾਂ ਲੈਣੇ ਆ ਟੂ ਕੰਟਰੀਜ਼। ਠੀਕ ਹੈ, ਟੂ ਟ੍ਰੇਡਿੰਗ ਕੰਟਰੀਜ਼ ਨੇ, ਇੱਕ ਤਾਂ ਜਰਮਨੀ ਹੈ ਤੇ ਇੱਕ ਹੈ ਇੰਡੀਆ। ਇਟ ਇਜ਼ ਅਸਿਊਮਡ ਡੈਟ ਜਰਮਨੀ ਇਜ਼ ਦਾ ਕੈਪੀਟਲ ਇੰਟੈਂਸਿਵ ਕੰਟਰੀ। ਆਪਾਂ ਨੇ ਮੰਨ ਲਿਆ ਹੈ ਕਿ ਜਿਹੜੀ ਜਰਮਨੀ ਹੈ ਉਹ ਕੈਪੀਟਲ ਇੰਟੈਂਸਿਵ ਕੰਟਰੀ ਹੈ, ਮੀਨਸ ਉੱਥੇ ਕੈਪੀਟਲ ਜ਼ਿਆਦਾ ਹੈ ਤੇ ਲੇਬਰ ਘੱਟ ਹੈ, ਉੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਆ। ਤੇ ਜਿਹੜੀ ਇੰਡੀਆ ਹੈ ਉਹ ਲੇਬਰ ਇੰਟੈਂਸਿਵ ਕੰਟਰੀ ਹੈ ਕਿਉਂਕਿ ਉੱਥੇ ਲੇਬਰ ਦੀ ਕੁਆਂਟੀਟੀ ਜ਼ਿਆਦਾ ਹੈ ਤੇ ਕੈਪੀਟਲ ਦੀ ਕੁਆਂਟੀਟੀ ਘੱਟ ਹੈ, ਤਾਂ ਉਹ ਕੀ ਹੈ, ਲੇਬਰ ਇੰਟੈਂਸਿਵ ਕੰਟਰੀ। ਸੋ ਡੈਟ ਦਾ ਕਹਿੰਦੇ ਕੈਪੀਟਲ ਇਜ਼ ਅ ਚੀਪਰ ਇਨ ਜਰਮਨੀ ਇਨ ਰਿਲੇਸ਼ਨ ਟੂ ਲੇਬਰ। ਤਾਂ ਕੀ ਆ, ਜਰਮਨੀ ਦੇ ਵਿੱਚ ਜਿਹੜੀ ਕੈਪੀਟਲ ਹੈ ਉਹ ਚੀਪਰ ਹੋਏਗੀ ਤੇ ਲੇਬਰ ਐਕਸਪੈਂਸਿਵ ਹੋਏਗੀ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਲੇਬਰ ਚੀਪੇਬਲ ਹੋਏਗੀ ਐਂਡ ਜਿਹੜੀ ਆਪਣੀ ਕੈਪੀਟਲ ਹੈ ਉਹ ਕੀ ਹੋਏਗੀ, ਐਕਸਪੈਂਸਿਵ ਹੋਏਗੀ। ਦਸ ਕੈਨ ਬੀ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਜਰਮਨੀ ਐਂਡ ਆਪਾਂ ਇੰਡੀਆ ਦੀ ਜੋ ਹੈ ਪ੍ਰਾਈਸ ਰੇਸ਼ੋ ਚੈੱਕ ਕਰ ਸਕਦੇ ਹਾਂ। ਤਾਂ ਜਰਮਨੀ ਦੀ ਪ੍ਰਾਈਸ ਰੇਸ਼ੋ ਚੈੱਕ ਕਰਨ ਦੇ ਲਈ ਆਪਾਂ ਪ੍ਰਾਈਸ ਆਫ ਕੈਪੀਟਲ ਡਿਵਾਈਡ ਬਾਈ ਪ੍ਰਾਈਸ ਆਫ ਲੇਬਰ, ਠੀਕ ਹੈ, ਇਕੁਅਲ ਕਿਹਦੇ ਨਾਲ ਕਰਾਂਗੇ, ਪ੍ਰਾਈਸ ਆਫ ਕੈਪੀਟਲ ਇਨ ਇੰਡੀਆ ਡਿਵਾਈਡ ਬਾਈ ਪ੍ਰਾਈਸ ਆਫ ਲੇਬਰ ਇਨ ਕੈਪੀਟਲ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਰਮਨੀ ਦੀ ਆਪਣੀ ਹੈ, both the countries are produce watches and shirt। ਜਿਹੜੀ ਹੈ ਲੇਬਰ ਰੇਸ਼ੋ, ਤਾਂ ਇਹ ਲੇਬਰ ਰੇਸ਼ੋ ਕੱਢੀ ਆਪਾਂ ਨੇ ਤੇ ਜਿਹੜੀ ਲੇਬਰ ਰੇਸ਼ੋ ਹੈ ਆਪਣੀ ਜਰਮਨੀ ਦੀ ਘੱਟ ਹੈ ਇੰਡੀਆ ਦੇ ਨਾਲੋਂ। ਕਹਿੰਦੇ both the countries are producing two commodities। ਕਹਿੰਦੇ ਜਿਹੜੀ ਵਾਚਿਸ ਹੈ ਜਰਮਨੀ ਉਸਦੀ ਪ੍ਰੋਡਕਸ਼ਨ ਕਰ ਰਹੀ ਹੈ ਕਿਉਂਕਿ ਵਾਚਿਸ ਦੇ ਲਈ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਆ ਤੇ ਕੈਪੀਟਲ ਆਪਣੀ ਜਰਮਨੀ ਦੇ ਕੋਲ ਜ਼ਿਆਦਾ ਹੈ। ਤੇ ਜਿਹੜੇ ਕਲੋਥਸ ਨੇ, ਕਲੋਥਸ ਹੈਂਡਮੇਡ ਗੁੱਡਸ ਨੇ, ਦੈਨ ਫਿਰ ਆਪਾਂ ਕਲੋਥਿੰਗ ਦੇ ਲਈ ਲੇਬਰ ਜ਼ਿਆਦਾ ਯੂਜ਼ ਕਰਦੇ ਹਾਂ। ਲੇਬਰ ਇੰਟੈਂਸਿਵ ਟੈਕਨੀਕ ਕਿੱਥੇ ਯੂਜ਼ ਕੀਤੀ ਜਾ ਰਹੀ ਹੈ, ਇੰਡੀਆ ਦੇ ਵਿੱਚ, ਕਿਉਂਕਿ ਲੇਬਰ ਇੰਡੀਆ ਦੇ ਵਿੱਚ ਜ਼ਿਆਦਾ ਹੈ। ਹਿਲ ਤਾਂ ਕਹਿੰਦੇ ਜਿਹੜੀ ਆਪਣੀ ਵਾਚਿਸ ਦੀ ਪ੍ਰੋਡਕਸ਼ਨ ਹੈ ਉਹ ਜਰਮਨੀ ਦੇ ਵਿੱਚ ਹੋ ਰਹੀ ਹੈ ਐਂਡ ਜਿਹੜੀ ਆਪਣੀ ਸ਼ਰਟਸ ਦੀ ਮੀਨਸ ਕਲੋਥ ਦੀ ਪ੍ਰੋਡਕਸ਼ਨ ਉਹ ਕਿੱਥੇ ਹੋ ਰਹੀ ਹੈ, ਆਪਣੀ ਇੰਡੀਆ ਦੇ ਵਿੱਚ ਹੋ ਰਹੀ ਆ। ਤਾਂ ਇੰਡੀਆ ਸਪੈਸ਼ਲਾਈਜ਼ ਗੇਨ ਕਰਦਾ ਸ਼ਰਟਸ ਦੀ ਪ੍ਰੋਡਕਸ਼ਨ ਦੇ ਵਿੱਚ ਐਂਡ ਜਰਮਨੀ ਸਪੈਸ਼ਲਾਈਜੇਸ਼ਨ ਗੇਨ ਕਰਦਾ ਵਾਚਿਸ ਦੀ ਪ੍ਰੋਡਕਸ਼ਨ ਦੇ ਵਿੱਚ। ਐਂਡ ਨੈਕਸਟ ਇਜ਼ ਤੁਸੀਂ ਇਸ ਫਿਗਰ ਦੇ ਥਰੂ ਸਮਝ ਸਕਦੇ ਹੋ, ਉਹ ਐਕਸ ਤੇ ਲੇਬਰ ਦਿਖਾਈ ਹੋਈ ਹੈ ਐਂਡ ਉਹ ਵਾਈ ਐਕਸਿਸ ਤੇ ਕੈਪੀਟਲ ਦਿਖਾਈ ਹੋਈ ਆ। ਟੂ ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕਰਦੀਆਂ ਟੂ ਕੰਟਰੀਜ਼ ਦੇ ਵਿੱਚ, ਟੂ ਕੰਟਰੀਜ਼ ਇਜ਼ ਜਰਮਨੀ ਐਂਡ ਇੰਡੀਆ ਐਂਡ ਟੂ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਨੇ ਡੈਟ ਇਜ਼ ਅ ਕੈਪੀਟਲ ਐਂਡ ਲੇਬਰ। ਦ ਫਰਸਟ ਕਹਿੰਦੇ
OX ਤੇ ਲੇਬਰ ਐਂਡ OY ਤੇ ਕੈਪੀਟਲ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ W ਆਪਣੀ ਆਈਸੋਕੈਂਟ ਕਰਵ ਹੈ, that is a W watches ਦੀ ਪ੍ਰੋਡਕਸ਼ਨ ਦੱਸ ਰਹੀ ਹੈ, ਜੋ ਕਿ ਆਪਣੀ 100 watches ਦੀ ਪ੍ਰੋਡਕਸ਼ਨ ਹੋ ਰਹੀ ਹੈ। W ਆਈਸੋਕੈਂਟ ਇਹ ਸ਼ੋ ਕਰ ਰਹੀ ਹੈ watches ਦੀ ਪ੍ਰੋਡਕਸ਼ਨ ਇਨ ਜਰਮਨੀ ਦੇ ਵਿੱਚ। 100 watches ਨੇ ਜਿਹੜੀਆਂ ਜਰਮਨੀ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾ ਰਹੀਆਂ ਨੇ, that is a W ਆਈਸੋਕੈਂਟ ਜੋ ਰਿਪਰੈਜ਼ੈਂਟ ਕਰ ਰਹੀ ਹੈ। ਐਂਡ ਜਿਹੜੀ SS ਹੈ ਆਪਣੀ ਕਰਵ ਆਈਸੋਕੈਂਟਸ, ਉਹ ਕੀ ਸ਼ੋ ਕਰ ਰਹੀ ਹੈ 100 ਸ਼ਰਟਸ ਦੀ ਪ੍ਰੋਡਕਸ਼ਨ ਸ਼ੋ ਕਰ ਰਹੀ ਹੈ, ਜੋ ਕਹਿੰਦੇ ਇੰਡੀਆ ਦੇ ਵਿੱਚ ਪ੍ਰੋਡਿਊਸ ਕੀਤੀ ਜਾ ਰਹੀ ਹੈ। SS ਆਈਸੋਕੈਂਟਸ shows the 100 ਸ਼ਰਟਸ ਜੋ ਪ੍ਰੋਡਿਊਸ ਕੀਤੀਆਂ ਜਾ ਰਹੀਆਂ ਨੇ ਇੰਡੀਆ ਦੇ ਵਿੱਚ, ਠੀਕ ਹੈ। ਐਂਡ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੋਨੇ E ਪੁਆਇੰਟ ਤੇ ਕਿੰਨੇ ਕੱਟ ਕਰ ਰਹੀਆਂ ਨੇ। ਤਾਂ ਉਸ ਤੋਂ ਬਾਅਦ AB ਐਂਡ CD ਆਰ ਆਈਸੋ ਕੋਸਟ ਲਾਈਨਸ ਫॉर ਜਰਮਨੀ। ਤਾਂ ਜਿਹੜੀਆਂ ਟੂ ਲਾਈਨਸ ਨੇ ਜੋ ਥੋੜੀਆਂ ਜਿਹੀਆਂ ਫਲੈਟਰ ਨੇ, ਜੋ ਵਾਚਿਸ ਵਾਲੀ ਲਾਈਨ ਨੂੰ ਐਂਡ ਐਸ ਜਿਹੜੀ ਆਪਣੀ ਆਈਸੋਕੈਂਟ ਸ਼ਰਟਸ ਵਾਲੀ ਲਾਈਨ ਹੈ, ਦੋਨਾਂ ਨੂੰ ਟੱਚ ਕਰਦੀਆਂ ਆ ਰਹੀਆਂ ਨੇ। ਦਿਸ ਇਜ਼ ਦਾ ਕਾਸਟ ਲਾਈਨਸ, ਪ੍ਰਾਈਸ ਲਾਈਨਸ, ਠੀਕ ਹੈ। ਦੈਟ ਇਜ਼ ਆ AB ਐਂਡ CD। ਇਹ ਕੀ ਦੱਸ ਰਹੀਆਂ ਨੇ ਸਾਨੂੰ, ਇਹ ਕਾਸਟ ਦੱਸ ਰਹੀਆਂ ਨੇ ਜਰਮਨੀ ਦੀ ਕਿ ਵਾਚਿਸ ਤੇ ਕਿੰਨੀ ਆ ਰਹੀ ਹੈ ਐਂਡ ਸ਼ਰਟਸ ਦੀ ਪ੍ਰੋਡਕਸ਼ਨ ਤੇ ਕਿੰਨੀ ਆ ਰਹੀ ਹੈ। ਐਂਡ ਉਸ ਤੋਂ ਬਾਅਦ ਵਿਚ ਮੀਨਸ ਯਰ ਸਲੋਪ ਇਜ਼ ਸੇਮ ਐਂਡ slope ਇਹਨਾਂ ਦੋਨਾਂ ਦੀ ਸੇਮ ਆ। these isoquants lines are shown the same price ratio। ਇਹ ਸੇਮ ਪ੍ਰਾਈਸ ਰੇਸ਼ੋ ਜਿਹੜੀ ਇਹ ਸ਼ੋ ਕਰ ਰਹੀਆਂ ਨੇ ਕੈਪੀਟਲ ਦੇ ਲਈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ OA ਪ੍ਰਾਈਸ ਹੈ ਜਿਹੜੀ ਉਹ ਕੈਪੀਟਲ, OA ਡਿਵਾਈਡ ਬਾਈ OB, OC divide by OD। These isoquants lines are inclined towards y-axis, showing that in Germany capital is cheaper in relation to labor। ਤਾਂ ਕਿਉਂਕਿ ਉਹ ਜਿਹੜੀ A ਹੈ ਉਹ ਸਪੇਸ ਜ਼ਿਆਦਾ ਹੈ, OB ਘੱਟ ਹੈ, ਮੀਨਸ OA ਜਿਹੜੀ ਹੈ ਆਪਣੀ कैपिटल ज्यादा यूज की जा रही है, लेबर OB घट यूज की जा रही है। दूसरी तरफ OC लेबर ज्यादा, OD कैपिटल घट यूज, लेबर घट एंड कैपिटल ज्यादा यूज की जा रही है। लाइकवाइज कहते दूसरी साइड तुम देख सकते हो जी अपनी P1 ते Q1 एंड P2 ते Q2 आइसोपेंट्स ने दो, ये इंडिया की जी कॉस्ट है उन्हें शो कर रही ने, ठीक है। इंडिया दी प्राइस लाइन्स ने देयर आर इंक्लाइन टूवर्ड्स एक्स एक्सिस। तो तुसी एक्स एक्सिस ते देख सकते हो, ठीक है। इन इंडिया लेबर इज चीपर इन रिलेशन टू कैपिटल। ता लेबर इत्थे चीपेबल है इन इंडिया दे विच। तो तुसी देख सकते हो कि जिहड़ी कैपिटल है अपनी प्रोडक्शन के लिए OP1 जिथे यूज की जा रही है, उत्थे लेबर OQ1 यूज की जा रही है। जिथे OP2 कैपिटल उत्थे OQ2 क्वांटिटी मींस अपनी ज्यादा यूज की जा रही है। इत्थे OP1 डिवाइड बाय OQ1 इज इक्वल टू OP2 डिवाइड बाय OQ2। The isoquant W and SSR intersect किधर नाल कर दिया ने E point ते कर दिया ने, कहते other only at point E that implies that there is no reveal so factor intensity। अगर E point ते प्रोडक्शन हो रही है तो ये मान लिया जाता है कि कोई भी फैक्टर एंडोमेंट्स है ही नहीं है। मीनस दोनों कंट्रीज के विच सेम क्वांटिटीज लेबर ते कैपिटल दी लैके सेम जी प्रोडक्शन है वो हो रही है। इन बोथ जर्मनी एंड इंडिया प्रोड्यूसेस ऑफ वॉचेस इज कैपिटल इंटेंसिव एंड प्रोडक्शन इन शर्ट्स इज लेबर इंटेंसिव। कहते हुण किया अगर आप दो आइसोक्वेंस डिफरेंट लेने हैं तो इत्थे किया सानू पता लग रहा है कि जी अपनी जर्मनी है कैपिटल इंटेंसिव टेक्निक यूज करेगी एंड जी लेबर इंडिया अपनी लेबर इंटेंसिव टेक्निक यूज करेगी। जिवें कि फिगर दे विच दिखाया है तुसीं देख सकते हो। इन केस ऑफ जर्मनी आइसोक्वेंस लाइन CD and isoquants product W for watches are tangent at the point H। ਤਾਂ ਜਿਹੜੀ ਆਪਣੀ ਜਰਮਨੀ ਦੀ ਲਾਈਨ ਹੈ ਵਾਚਿਸ ਦੀ ਪ੍ਰੋਡਕਸ਼ਨ ਦੱਸ ਰਹੀ ਹੈ, ਕਿਉਂਕਿ ਜਰਮਨੀ ਦੀਆਂ ਕਾਸਟ ਕਰਵਸ ਤੇ ਜਿਹੜੀਆਂ AB ਤੇ CD ਨੇ। ਜਿਹੜੀ AB ਆਪਣੀ ਹੈ ਕਾਸਟ ਕਰਵ ਉਹ ਸ਼ਰਟਸ ਦੀ ਪ੍ਰੋਡਕਸ਼ਨ ਨੂੰ ਦੱਸ ਰਹੀ ਹੈ ਤੇ ਜਿਹੜੀ CD ਹੈ ਉਹ ਆਪਣੀ ਵਾਚਿਸ ਦੀ ਪ੍ਰੋਡਕਸ਼ਨ ਨੂੰ ਦੱਸ ਰਹੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਕਹਿੰਦੇ ਆਪਣੇ ਜਰਮਨ ਦੇ ਵਿੱਚ ਆਪਣੀਆਂ वाचिस की प्रोडक्शन हो रही है तो वो H पॉइंट ते हो रही है। आइसोक्वेंट CD नु कहंदे
W ਜਿਹੜੀ ਆਈਸੋਕੈਂਟਸ ਹੈ ਉਹ H ਪੁਆਇੰਟ ਤੇ ਟੱਚ ਕਰ ਰਹੀ ਹੈ, ਤਦ ਕਹਿੰਦੇ OM ਕਹਿੰਦੇ ਜਿਹੜੀਆਂ ਹੈ ਵਾਚਿਸ ਦੀ ਪ੍ਰੋਡਕਸ਼ਨ ਦੇ ਲਈ ਜਿਹੜੀ ਕੈਪੀਟਲ ਹੈ ਉਹ ਕਿੰਨੀ ਯੂਜ਼ ਕੀਤੀ ਜਾਂਦੀ ਹੈ, OF ਕੀਤੀ ਜਾਂਦੀ ਹੈ। ਠੀਕ ਹੈ, OF ਕੈਪੀਟਲ ਯੂਜ਼ ਕੀਤੀ ਜਾਂਦੀ ਹੈ। ਦੂਸਰੀ ਤਰਫ ਕਹਿੰਦੇ ਜਿਹੜੀਆਂ ਸ਼ਰਟਸ ਨੇ, ਸ਼ਰਟਸ ਦੀ ਪ੍ਰੋਡਕਸ਼ਨ ਕਰਨ ਦੇ ਲਈ ਕਹਿੰਦੇ ਜਿਹੜੀ ਆਪਣੀ ਸ਼ਰਟਸ ਵਾਲੀ ਕਰਵ ਹੈ ਉਹ ਆਪਣੀ ਕਾਸਟ ਕਰਵ ਨੂੰ ਜਰਮਨੀ ਨੂੰ AB ਨੂੰ J ਪੁਆਇੰਟ ਤੇ ਕੱਟ ਕਰ ਰਹੀ ਹੈ, ਟੱਚ ਕਰ ਰਹੀ ਹੈ। ਤਾਂ J ਪੁਆਇੰਟ ਕੀ ਦਿਖਾ ਰਿਹਾ ਹੈ, ਜਿੱਥੇ ਆਈਸੋਕੈਂਟਸ ਤੇ ਜਿਹੜੀ SS ਕਰਵ ਹੈ ਇੱਕ ਦੂਸਰੇ ਨੂੰ ਇੰਟਰਸੈਕਟ ਕਰ ਰਹੇ ਨੇ, that is a ਕਿ OF ਸੇਮ ਕੈਪੀਟਲ ਯੂਜ਼ ਕਰਕੇ ਜਿਹੜੀ ਹੈ OM ਸ਼ਰਟਸ ਦੀ ਜਿਹੜੀ ਹੈ क्वांटिटी मतलब OF ਜਿਹੜੀ कैपिटल यूज की जा रही है एंड ਜਿਹੜੀ लेबर है वो OM1 यूज की जा रही है, मतलब मोर लेबर यूज की जा रही है। अगर H प्रोडक्शन करनी है मींस OM, तब कहते OM लेबर जो वॉचेस की प्रोडक्शन हो रही है एंड OF कैपिटल इन जर्मनी ਦੇ ਵਿੱਚ। अगर कहते J पॉइंट ਤੇ तब कहते लेबर बढ़ जाएगी, OM तो OM1 हो जाएगी एंड जी कैपिटल है वो OF ही रहेगी, सेम ही रहेगी। दस कहते प्रोडक्शन कॉस्ट फॉर 100 वॉचेस आप कह सकते हैं 100 वॉचेस प्रोड्यूस करने के लिए OF कहते कैपिटल ते OM लेबर यूज की गई है। ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਕਾਸਟ ਆਫ 100 ਜੇ ਸ਼ਰਟਸ ਪ੍ਰੋਡਿਊਸ ਕਰਦੀ ਹੈ ਜਰਮਨੀ ਤਾਂ ਉਹਦੇ ਲਈ OF ਕੀ ਆ ਕੈਪੀਟਲ ਐਂਡ OM1 ਲੇਬਰ ਯੂਜ਼ ਕੀਤੀ ਗਈ ਆ। ਤਾਂ ਆਪਾਂ ਦੇਖ ਸਕਦੇ ਆ कि शर्ट्स की प्रोडक्शन ਦੇ ਵਿੱਚ ਲੇਬਰ ਜ਼ਿਆਦਾ ਯੂਜ਼ ਹੋ ਰਹੀ ਹੈ, ਕਿੰਨੀ ਯੂਜ਼ ਹੋ ਰਹੀ ਹੈ OM1 ਮਾਈਨਸ M ਇਜ਼ ਇਕੁਅਲ OM। ਜਦੋਂ OM1 ਚੋਂ OM ਮਾਈਨਸ ਕਰਾਂਗੇ ਤਾਂ MM1 ਆਪਣੇ ਕੋਲ ਰਹਿ ਜਾਏਗਾ। ਤਾਂ MM1 ਕੀ ਆਪਣੇ ਕੋਲ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਮੋਰ ਯੂਜ਼ ਕੀਤੀ ਜਾ ਰਹੀ ਹੈ ਫॉर द प्रोडक्शन ऑफ शर्ट्स। तो आप कह सकते हैं इन जर्मनी कैपिटल कॉस्ट ऑफ प्रोडक्शन ऑफ वॉचेस और ऑफ द शर्ट्स आर इक्वल OF कैपिटल सेम यूज हो रही है, लेकिन लेबर OM1 है जी OM जी लेबर है वो ज़्यादा यूज हो रही है फॉर द प्रोडक्शन ऑफ शर्ट्स। अगर उसे शर्ट्स की प्रोडक्शन हो रही है तो शर्ट्स की प्रोडक्शन करने की बजाय जी अपनी जर्मनी है वो ओनली वॉचेस की प्रोडक्शन ही करेगी। तो दूसरी तरफ आप इंडिया के देखिए तो इंडिया के अपनी टू जी कॉस्ट कर्व्स ने दैट इज अ P1 Q1 एंड P2 Q2 ਤੇ ਇਹ ਦੋ ਗੁੱਡਸ ਦੀਆਂ ਪ੍ਰੋਡਕਸ਼ਨ ਕਰ ਰਹੀਆਂ ਨੇ ਵਾਚਿਸ ਐਂਡ ਸ਼ਰਟਸ। ਠੀਕ ਹੈ, ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਵਾਚਿਸ ਜਿਹੜੀ ਹੈ ਵਾਚਿਸ ਜਦੋਂ ਆਪਣੀ ਇੰਡੀਆ ਪ੍ਰੋਡਿਊਸ ਕਰਦੀ ਆ ਤਾਂ ਉਹ R ਪੁਆਇੰਟ ਤੇ ਆਈਸੋਕੈਂਟਸ P1 Q1 ਨੂੰ ਟੱਚ ਕਰ ਰਹੀ ਹੈ। ਤਾਂ R ਪੁਆਇੰਟ ਕੀ ਸ਼ੋ ਕਰ ਰਿਹਾ ਹੈ ਕਿ OG ਲੇਬਰ ਯੂਜ਼ ਕਰਦੇ ਆ ਆਪਾਂ 100 ਵਾਚਿਸ ਪ੍ਰੋਡਿਊਸ ਕਰਨ ਦੇ ਲਈ ਐਂਡ OM ਜਿਹੜੀ ਆਪਣੀ ਹੈ ਆਪਾਂ ਕੈਪੀਟਲ ਯੂਜ਼ ਕਰਦੇ ਆ। ਠੀਕ ਹੈ, ਐਂਡ ਜਦੋਂ ਇੰਡੀਆ ਦੇ ਵਿੱਚ ਸ਼ਰਟਸ ਦੀ ਪ੍ਰੋਡਕਸ਼ਨ ਹੁੰਦੀ ਆ ਤਾਂ ਸ਼ਰਟਸ ਦੀ ਪ੍ਰੋਡਕਸ਼ਨ ਦੇ ਲਈ ਕਹਿੰਦੇ E ਪੁਆਇੰਟ ਤੇ P2 Q2 ਮਿਸ ਕਾਸਟ ਆਪਣੀ ਘੱਟ ਲੱਗਦੀ ਹੈ क्योंकि कॉस्ट कर्व नीचे है अपनी। ठीक है, P1 Q1 ऊपर है एंड ताऊ की शो कर रही है कि वॉचेस ਨੂੰ ਬਣਾਉਣ ਤੇ ਕਾਸਟ ਜ਼ਿਆਦਾ ਆ ਰਹੀ ਹੈ ਇੰਡੀਆ ਦੇ ਵਿੱਚ। ਐਂਡ ਅਗਰ ਆਪਾਂ ਸ਼ਰਟਸ ਦੀ ਗੱਲ ਕਰੀਏ ਸ਼ਰਟਸ ਦੀ ਜਿਹੜੀ ਪ੍ਰਾਈਸ ਲਾਈਨ ਹੈ P2 Q2 ਉਹ ਨੀਚੇ ਹੈ ਤਾਂ ਇਟਸ ਮੀਨਸ ਉਹ ਕਾਸਟ ਸਾਨੂੰ ਘੱਟ ਦਿਖਾ ਰਹੀ ਹੈ। ਜਦੋਂ ਆਪਾਂ 100 ਸ਼ਰਟਸ ਬਣਾਉਣੇ ਆ ਇੰਡੀਆ ਦੇ ਵਿੱਚ ਤਾਂ ਉਹਨਾਂ ਤੇ ਜਿਹੜੀ ਲੇਬਰ ਯੂਜ਼ ਕੀਤੀ ਜਾਂਦੀ ਹੈ E1 ਪੁਆਇੰਟ ਤੇ ਲੇਬਰ OG ਯੂਜ਼ ਕੀਤੀ ਜਾ ਰਹੀ ਹੈ ਸੇਮ ਜਿੰਨੀ ਆਪਾਂ 100 ਵਾਚਿਸ ਦੇ ਲਈ ਯੂਜ਼ ਕਰਦੇ ਸੀਗੇ ਐਂਡ ਲੇਕਿਨ ਜਿਹੜੀ ਆਪਣੀ ਕੈਪੀਟਲ ਹੈ ਉਹ ਘੱਟ ਯੂਜ਼ ਕੀਤੀ ਜਾ ਰਹੀ ਹੈ। ਕੈਪੀਟਲ ਵਾਚਿਸ ਦੇ ਲਈ ਆਪਾਂ ON ਯੂਜ਼ ਕਰਦੇ ਸੀ ਜਿਹੜੀ ਹੈ ਕਿ ਹੁਣ ਕੀ ਯੂਜ਼ ਕੀਤੀ ਜਾ ਰਹੀ ਨੇ 100 ਸ਼ਰਟਸ ਦੇ ਲਈ ਓਨਲੀ OT कैपिटल है ਜਿਹੜੀ यूज की जा रही है। तो प्रोडक्शन कॉस्ट ऑफ 100 वॉचेस की आ ON कैपिटल प्लस OG लेबर एंड 100 ਜਿਹੜੀਆਂ ਸ਼ਰਟਸ ਨੇ ਉਹਨਾਂ ਦੇ ਲਈ OT कैपिटल एंड OG लेबर सेम लेबर। तो ਆਪਾਂ ਕਹਿ ਸਕਦੇ ਹਾਂ ਕਿ वॉचेस की प्रोडक्शन ਦੇ ਲਈ ਆਪਾਂ ਨੂੰ ON माइनस OT इज इक्वल टू NT। NT ਜਿਹੜੀ ਕਾਸਟ ਹੈ ਉਹ ਜ਼ਿਆਦਾ पे करनी पै रही है कैपिटल ते। ठीक है, कैपिटल ज़्यादा यूज करनी पै रही है जो कि एक्सपेंसिव है इन इंडिया ਦੇ ਵਿੱਚ। तद ਆਪਾਂ 100 ਵਾਚਿਸ ਦੀ ਜਗ੍ਹਾ ਤੇ ਕੀ ਯੂਜ਼ ਕਰਾਂਗੇ 100 ਜਿਹੜੀਆਂ ਸ਼ਰਟਸ ਨੇ ਉਹਨਾਂ ਦੀ ਪ੍ਰੋਡਕਸ਼ਨ ਕਰਾਂਗੇ ਇੰਡੀਆ ਦੇ ਵਿੱਚ। ਤਾਂ ਇੰਡੀਆ ਦੇ ਵਿੱਚ ਲੇਬਰ ਦੇ ਥਰੂ ਸ਼ਰਟਸ ਦੀ ਪ੍ਰੋਡਕਸ਼ਨ ਹੋਏਗੀ ਕਿਉਂਕਿ ਉਹਦੀ ਆਈਸੋਕੈਂਟਸ नीचे है, कॉस्ट कर्व नीचे है ਤੇ ਆਪਣੀ कैपिटल घट यूज हो रही है, लेबर ज़्यादा यूज हो रही है। दूसरी तरफ जर्मनी ਦੇ ਵਿੱਚ ਕੀ यूज की जाएगी कैपिटल ज़्यादा यूज की जाएगी ਤੇ ਆਪਣੀ ਲੇਬਰ ਘੱਟ। ਤਾਂ ਲੇਬਰ ਕਿੱਥੇ ਘੱਟ ਯੂਜ਼ ਹੋ ਰਹੀ ਹੈ ਜਦੋਂ ਵਾਚਿਸ ਦੀ ਪ੍ਰੋਡਕਸ਼ਨ ਹੋ ਰਹੀ ਹੈ। ਠੀਕ ਹੈ, ਤਾਂ ਵਾਚਿਸ ਦੀ ਪ੍ਰੋਡਕਸ਼ਨ ਆਪਣੀ ਜਰਮਨੀ ਦੇ ਵਿੱਚ ਕੀਤੀ ਜਾਏਗੀ। ਤਾਂ ਇਸੇ ਤਰ੍ਹਾਂ ਕੀ ਕਰੇਗਾ ਜੋ ਆਪਣਾ ਹੈ अपनी जर्मनी है वो 100 गुड्स किया वॉचेस की प्रोडक्शन करेगी एंड इंडिया 100 जड़ियाँ शर्ट्स की प्रोडक्शन करेगी। इंडिया की करेगी अपनी जड़ियाँ शर्ट्स ने
ਉਹਨਾਂ ਨੂੰ ਯੂਜ਼ ਕਰਕੇ ਜੋ ਸਰਪਲਸ ਹੈ ਉਹ ਜਰਮਨੀ ਨੂੰ ਦੇ ਦੇਗੀ ਤੇ ਜਰਮਨੀ ਕੀ ਕਰੇਗੀ ਵਾਚਿਸ ਦੀ ਪ੍ਰੋਡਕਸ਼ਨ ਕਰਕੇ ਆਪਣੀਆਂ ਵਾਚਿਸ ਜੋ ਨੈਸੈਸਰੀ ਨੇ ਉਹਨਾਂ ਨੂੰ ਲੈ ਕੇ ਜੋ ਸਰਪਲਸ ਹੈ ਉਹਨੂੰ ਇੰਡੀਆ ਦੇ ਵਿੱਚ ਐਕਸਪੋਰਟ ਕਰ ਦੇਗੀ। ਇਸੇ ਤਰ੍ਹਾਂ ਜਿਹੜੀਆਂ ਦੋ ਕੰਟਰੀਜ਼ ਨੇ ਇਹ ਆਪਣੇ ਟ੍ਰੇਡ ਦੇ ਥਰੂ ਐਕਸਪੋਰਟ ਇੰਪੋਰਟ ਦੇ ਥਰੂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹ ਵੀ ਪੂਰੀਆਂ ਕਰਨਗੀਆਂ ਤੇ ਇਹਨਾਂ ਦੇ ਵਿੱਚ ਕੀ ਹੁੰਦਾ ਕੰਪੈਰੀਟਿਵ ਕਾਸਟ ਦਾ ਵੀ ਡਿਫਰੈਂਸ ਆ ਗਿਆ। ਤਾਂ ਹੁਣ ਲੇਬਰ ਨੂੰ ਯੂਜ਼ ਕਰਕੇ ਇੰਡੀਆ ਦੇ ਵਿੱਚ ਜਿਹੜੀਆਂ ਸ਼ਰਟਸ ਨੇ ਉਹ ਚੀਪੇਬਲ ਬਣਦੀਆਂ ਨੇ ਐਂਡ ਵਾਚਿਸ ਤੇ ਕਾਸਟ ਜ਼ਿਆਦਾ ਆ ਰਹੀ ਹੈ ਐਂਡ ਜਰਮਨੀ ਦੇ ਵਿੱਚ ਕੀ ਨੇ ਜਿਹੜੀ ਹੈ ਆਪਣੀ ਵਾਚਿਸ ਦੀ ਪ੍ਰੋਡਕਸ਼ਨ ਸਸਤੀ ਹੈ ਚੀਪੇਬਲ ਹੈ ਐਂਡ ਜਿਹੜੀ ਦੂਸਰੀ ਹੈ ਆਪਣੀ ਸ਼ਰਟਸ ਦੀ ਪ੍ਰੋਡਕਸ਼ਨ ਉਹ ਐਕਸਪੈਂਸਿਵ ਹੈ। ਤਾਂ ਇਹ ਰੀਜ਼ਨ ਹੈ ਹੈਕਸ਼ਨ ਓਲਿਨ ਦੇ ਅਕੋਰਡਿੰਗ ਜਿਨ੍ਹਾਂ ਦੇ ਥਰੂ ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਆ ਉਹ ਕੀ ਕਰਦੀ ਆ ਅਕਰ ਕਰਦੀ ਆ। ਇਹ ਤਾਂ ਸੀਗਾ ਫਰਸਟ ਜਿਹਨੂੰ ਆਪਾਂ ਬੋਲਦੇ ਆ ਪ੍ਰਾਈਸ ਕ੍ਰਾਈਟੇਰੀਆ ਠੀਕ ਹੈ ਪ੍ਰਾਈਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ। ਤਾਂ ਇਹਦੇ ਵਿੱਚ ਆਪਾਂ ਇਹ ਲਿਖਿਆ ਹੋਇਆ ਹੈ ਸੇਮ ਪ੍ਰੋਡਕਸ਼ਨ ਕਾਸਟ ਆਫ 100 ਵਾਚਿਸ OF ਕੈਪੀਟਲ ਐਂਡ OM ਲੇਬਰ ਐਂਡ 100 ਸ਼ਰਟਸ ਦੀ OF plus OM1 ਲੇਬਰ ਮੀਨਸ ਕਿ ਆਪਣੀ ਵਾਚਿਸ ਸ਼ਰਟਸ ਬਣਾਉਣ ਤੇ ਲੇਬਰ ਕਾਸਟ ਜ਼ਿਆਦਾ ਆ ਰਹੀ ਹੈ ਜਰਮਨੀ ਦੇ ਵਿੱਚ ਐਂਡ ਜਿਹੜੀ ਹੈ ਵਾਚਿਸ ਬਣਾਉਣ ਤੇ ਕਾਸਟ ਜ਼ਿਆਦਾ ਆ ਰਹੀ ਹੈ ਆਪਣੀ ਇੰਡੀਆ ਦੇ ਵਿੱਚ। ਐਂਡ ਦ ਨੈਕਸਟ ਇਜ਼ ਫਿਜ਼ੀਕਲ ਕ੍ਰਾਈਟੇਰੀਆ ਜਿਹੜਾ ਸੈਕੰਡ ਰੀਜ਼ਨ ਹੈ ਫਿਜ਼ੀਕਲ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ ਕਹਿੰਦੇ ਇਹ ਵੀ ਮੇਨ ਰੀਜ਼ਨ ਹੈ। ਤਾਂ ਫਿਜ਼ੀਕਲ ਕ੍ਰਾਈਟੇਰੀਆ ਕੀ ਹੁੰਦਾ ਹੈ ਫਿਜ਼ੀਕਲ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ scarcity means that if in country capital ratio are greater than labor as against another country ਜਿਵੇਂ ਜਿਹੜੀ ਕੈਪੀਟਲ ਰੇਸ਼ੋ ਆ ਉਹ ਲੇਬਰ ਰੇਸ਼ੋ ਤੋਂ ਜ਼ਿਆਦਾ ਹੋਵੇ ਦੂਸਰੀ ਕੰਟਰੀ ਦੀ ਲੇਬਰ ਰੇਸ਼ੋ ਤੋਂ ਜ਼ਿਆਦਾ ਹੋਵੇ then it will be called capital intensive country likewise if in a country labor ratio is greater than capital as against another country ਕਿ ਕਿਸੇ ਕੰਟਰੀ ਦੀ ਲੇਬਰ ਰੇਸ਼ੋ ਜ਼ਿਆਦਾ ਹੈ ਦੂਸਰੀ ਕੰਟਰੀ ਦੀ ਕੈਪੀਟਲ ਰੇਸ਼ੋ ਦੇ ਨਾਲੋਂ ਤਾਂ ਉਹਨੂੰ ਲੇਬਰ ਇੰਟੈਂਸਿਵ ਕੰਟਰੀ ਬੋਲਿਆ ਜਾਂਦਾ ਹੈ। ਬੇਸਿਸ ਆਫ ਦਾ ਕ੍ਰਾਈਟੇਰੀਆ ਇਜ਼ ਆ ਫਿਜ਼ੀਕਲ ਕੁਆਂਟੀਟੀ ਆਫ ਦਾ ਫੈਕਟਰ ਤੇ ਇਹਦੇ ਵਿੱਚ ਮੋਸਟਲੀ ਫਿਜ਼ੀਕਲ ਕੁਆਂਟੀਟੀ ਚੈੱਕ ਕੀਤੀ ਜਾਂਦੀ ਹੈ ਕਿ ਕਿਸ ਦੇ ਵਿੱਚ ਲੇਬਰ ਜ਼ਿਆਦਾ ਹੈ ਤੇ ਕਿਸ ਦੇ ਵਿੱਚ ਕੈਪੀਟਲ ਜ਼ਿਆਦਾ ਹੈ। ਤਾਂ ਅਕੋਰਡਿੰਗ ਟੂ ਹੈਕਸ਼ਨ ਓਲਿਨ ਵੇਅਰ ਟੂ ਕੰਟਰੀਜ਼ ਸੇ ਜਰਮਨੀ ਐਂਡ ਇੰਡੀਆ ਇਹਦੇ ਵਿੱਚ ਵੀ ਟੂ ਕੰਟਰੀਜ਼ ਜਰਮਨੀ ਐਂਡ ਇੰਡੀਆ ਲਿਖੀਆਂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਕੀ ਆ ਕੈਪੀਟਲ ਇੰਟੈਂਸਿਵ ਔਰ ਲੇਬਰ ਇੰਟੈਂਸਿਵ ਟੈਕਨੀਕਸ ਯੂਜ਼ ਕਰਨੀਆਂ ਕਿਸ ਚੀਜ਼ ਤੇ ਡਿਪੈਂਡ ਕਰਦੇ ਨੇ ਉਹਨਾਂ ਦੀ ਫਿਜ਼ੀਕਲ ਕੁਆਂਟੀਟੀ ਆਫ ਦਾ ਫੈਕਟਰਸ ਕਿ ਕਿਸ ਕੰਟਰੀ ਦੇ ਵਿੱਚ ਕਿਹੜਾ ਜਿਹੜਾ ਹੈ ਫੈਕਟਰਸ ਜ਼ਿਆਦਾ ਅਵੇਲੇਬਲ ਹੈ। ਤਾਂ ਜਰਮਨੀ ਤੇ ਇੰਡੀਆ ਦੀ ਕਹਿੰਦੇ ਆਪਾਂ ਫਿਜ਼ੀਕਲ ਕੁਆਂਟੀਟੀ ਚੈੱਕ ਕਰਨ ਦੇ ਲਈ ਕੈਪੀਟਲ ਇਨ ਜਰਮਨ ਡਿਵਾਈਡ ਬਾਈ ਲੇਬਰ ਇਨ ਜਰਮਨ ਕੈਪੀਟਲ ਇਨ ਇੰਡੀਆ ਡਿਵਾਈਡ ਬਾਈ ਲੇਬਰ ਇਨ ਇੰਡੀਆ ਕਰਾਂਗੇ ਤਾਂ ਜਿਹੜੀ ਆਪਣੀ ਜਰਮਨੀ ਦੀ ਕੈਪੀਟਲ ਰੇਸ਼ੀਓ ਹੈ ਜ਼ਿਆਦਾ ਹੋਏਗੀ ਇੰਡੀਆ ਦੇ ਨਾਲੋਂ and Germany will produce capital intensive and India will produce labor intensive techniques of production। ਤਾਂ ਆਪਾਂ ਇਸ ਡਾਇਗਰਾਮ ਦੇ ਥਰੂ ਦੇਖ ਸਕਦੇ ਹਾਂ ਡਾਇਗਰਾਮ ਦੇ ਵਿੱਚ ਜਿਹੜੀ GG ਕਰਵ ਹੈ G1 ਕਰਵ ਦਾ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਆਫ ਜਰਮਨੀ ਹੈ ਜੋ ਜਰਮਨੀ ਦੀ ਪ੍ਰੋਡਕਸ਼ਨ ਦੱਸ ਰਹੇ ਨੇ ਤੇ ਜਿਹੜੀ I1 ਕਰਵ ਹੈ ਇਹ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਇੰਡੀਆ ਦੀ ਹੈ। ਤਾਂ ਇਹ ਟੂ ਪ੍ਰੋਡਕਸ਼ਨ ਪੋਸਿਬਿਲਿਟੀ ਕਰਵਸ ਨੇ ਇੰਡੀਆ ਤੇ ਜਰਮਨੀ ਦੀਆਂ ਜੋ ਟੂ ਗੁੱਡਸ ਦੀ ਪ੍ਰੋਡਕਸ਼ਨ ਦੱਸ ਰਹੀਆਂ ਨੇ ਤਾਂ ਟੂ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਵਾਚਿਸ ਐਂਡ ਸ਼ਰਟ ਦੀ ਸੇਮ ਠੀਕ ਹੈ। ਤਾਂ ਲੇਬਰ ਇੰਟੈਂਸਿਵ ਪ੍ਰੋਡਕਸ਼ਨ ਸ਼ਰਟਸ ਇਜ਼ ਸ਼ੋ ਔਨ ਦਾ ਐਕਸ ਐਕਸਿਸ ਲੇਬਰ ਇੰਟੈਂਸਿਵ ਟੈਕਨੀਕ ਹੈ ਜਿਹੜੀ ਐਕਸ ਐਕਸਿਸ ਤੇ ਯੂਜ਼ ਕੀਤੀ ਗਈ ਹੈ ਕਿਉਂਕਿ ਇਹਦੇ ਥਰੂ ਸ਼ਰਟਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਐਂਡ ਕੈਪੀਟਲ ਇੰਟੈਂਸਿਵ ਟੈਕਨੀਕਸ ਕਹਿੰਦੇ ਜਰਮਨੀ ਦੇ ਵਿੱਚ ਯੂਜ਼ ਕੀਤੀ ਗਈ ਆ ਠੀਕ ਹੈ ਮੀਨਸ ਵਾਚਿਸ ਦੀ ਪ੍ਰੋਡਕਸ਼ਨ ਦੇ ਲਈ ਜੋ OY ਤੇ ਦਿਖਾਈ ਜਾ ਰਹੀ ਹੈ। ਤਾਂ ਇਫ ਬੋਥ ਦਾ ਕੰਟਰੀਜ਼ ਪ੍ਰੋਡਿਊਸ ਬੋਥ ਦਾ ਗੁੱਡਸ ਇਨ ਦਾ ਸੇਮ ਰੇਸ਼ੋ ਦੈਨ they will produce along OR rate ਜੋ OR ਰੇ ਹੈ ਉਹ ਕੀ ਆ ਸੇਮ ਰੇਸ਼ੋ ਨੂੰ ਦੋਹੇ ਗੁੱਡਸ ਦੀ ਪ੍ਰੋਡਕਸ਼ਨ ਸ਼ੋ ਕਰ ਰਹੀਆਂ ਨੇ ਕਿ ਸੇਮ ਕੰਟਰੀ ਦੋਹੇ ਕੰਟਰੀ ਦੇ ਵਿੱਚ ਸੇਮ ਜਿਹੜੀ ਰੇਸ਼ੋ ਹੈ ਦੋਹੇ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ। ਜਰਮਨੀ ਵਿਲ ਪ੍ਰੋਡਿਊਸ ਐਟ ਪੁਆਇੰਟ E ਆਫ ਇਟਸ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ GG1 ਐਂਡ ਜਿਹੜੀ ਹੈ ਆਪਣੀ I ਇੰਡੀਆ ਦੀ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਦੈਟ ਇਜ਼ ਦਾ ਪੁਆਇੰਟ ਆਫ F ਠੀਕ ਹੈ। production possibility curve ਜਿਹੜੀ I2 ਦੀ ਹੈ it is evident from the figure that at point E the slope of production possibility curve of Germany is steeper at point F while the slope of production possibility curve of India is flatter। ਜਿਹੜੀ production possibility curve ਹੈ ਆਪਣੀ ਜਿਹੜੀ ਜਰਮਨੀ ਦੀ ਹੈ ਉਹ ਸਟੀਪਰ ਹੈ ਠੀਕ ਹੈ P2 ਐਂਡ ਜਿਹੜੀ ਆਪਣੀ ਇੰਡੀਆ ਦੀ ਹੈ ਉਹ ਮੋਰ ਫਲੈਟਰ ਹੈ P1 ਠੀਕ ਹੈ P1 ਜਿਹੜੀ ਹੈ ਆਪਣੀ ਕਾਸਟ ਕਰਵ ਦੈਟ ਇਜ਼ ਅ ਜਰਮਨੀ ਦੀ ਤੇ ਜਿਹੜੀ ਹੈ ਆਪਣੀ P2 ਦੈਟ ਇਜ਼ ਅ ਇੰਡੀਆ ਦੀ। ਤਾਂ ਉਸ ਤੋਂ ਬਾਅਦ ਕੀ ਹੈ ਕਹਿੰਦੇ ਇਟ ਇਜ਼ ਕਲੀਅਰ
that कहते P1 price line of a Germany is steeper than the P2 price line of India. Steeper price line ਕਿਹੜੀ ਹੈ ਜਰਮਨੀ ਦੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ P1 price line of Germany is steeper than P2 price line of India. It proves that watches are cheaper in the Germany and shirts are cheaper in the India. Germany should produce more of capital intensive goods and watches. ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਇੱਕ P1 ਜਿਹੜੀ ਲਾਈਨ ਹੈ ਉਹ ਥੋੜੀ ਜਿਹੀ ਫਲੈਟ ਹੈ ਐਂਡ P2 ਲਾਈਨ ਹੈ ਉਹ ਸਟੀਪਰ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੀ ਆਪਣੀ P2 ਲਾਈਨ ਹੈ ਉਹ ਕੀ ਦੱਸ ਰਹੀ ਹੈ ਕਿ ਜਿਹੜੀਆਂ ਸ਼ਰਟਸ ਨੇ ਉਹਨਾਂ ਦੀ ਪ੍ਰੋਡਕਸ਼ਨ ਦੇ ਲਈ ਕੈਪੀਟਲ ਘੱਟ ਯੂਜ਼ ਕੀਤੀ ਜਾ ਰਹੀ ਹੈ ਤੇ ਲੇਬਰ ਜ਼ਿਆਦਾ ਯੂਜ਼ ਕੀਤੀ ਜਾ ਰਹੀ ਹੈ ਕੈਪੀਟਲ ਉਹ P2 ਐਂਡ ਜਿਹੜੀ ਲੇਬਰ ਹੈ ਉਧਰ ਰਾਈਟ ਸਾਈਡ ਤੇ ਉਹ P2 ਯੂਜ਼ ਕੀਤੀ ਜਾ ਰਹੀ ਹੈ ਐਂਡ ਜਿਹੜੀ P1 ਕਰਵ ਹੈ ਕਾਸਟ ਲਾਈਨ ਹੈ ਉਹ ਕੀ ਸ਼ੋ ਕਰ ਰਹੀ ਹੈ ਕਿ ਜਰਮਨੀ ਦੇ ਵਿੱਚ ਜਿਹੜੀ ਹੈ ਵਾਚਿਸ ਦੀ ਪ੍ਰੋਡਕਸ਼ਨ ਦੇ ਲਈ ਕੈਪੀਟਲ ਜ਼ਿਆਦਾ ਯੂਜ਼ ਕੀਤੀ ਜਾ ਰਹੀ ਹੈ ਉਹ P1 ਤੇ ਲੇਬਰ ਘੱਟ ਯੂਜ਼ ਕੀਤੀ ਜਾ ਰਹੀ ਹੈ ਤਾਂ ਇਹ ਜਿਹੜੀਆਂ ਕਿਉਂਕਿ ਕਹਿੰਦੇ ਜਿਹੜੀ ਜਰਮਨੀ ਹੈ ਉਹਦੇ ਵਿੱਚ ਜਿਹੜੀ ਕਾਸਟ ਹੈ ਕੈਪੀਟਲ ਤੇ ਘੱਟ ਆ ਰਹੀ ਹੈ ਲੇਬਰ ਤੇ ਜ਼ਿਆਦਾ ਆ ਰਹੀ ਹੈ ਤਦ ਕਰਕੇ ਲੇਬਰ ਜ਼ਿਆਦਾ ਤੇ ਕੈਪੀਟਲ ਘੱਟ ਯੂਜ਼ ਤੇ ਇੰਡੀਆ ਦੇ ਵਿੱਚ ਕਹਿੰਦੇ ਕੈਪੀਟਲ ਘੱਟ ਯੂਜ਼ ਤੇ ਲੇਬਰ ਜ਼ਿਆਦਾ ਯੂਜ਼ ਕੀਤੀ ਜਾ ਰਹੀ ਹੈ ਤਾਂ ਸਟੀਪਰ ਤੇ ਫਲੈਟਰ ਦੇ ਥਰੂ ਕਹਿੰਦੇ ਇਹ ਕਿ ਆਪਣੀ ਜਿਹੜੀ ਕਾਸਟ ਆ ਰਹੀ ਹੈ ਪ੍ਰੋਡਕਸ਼ਨ ਤੇ ਉਹ ਦਿਖਾਈ ਜਾ ਰਹੀ ਆ ਕਹਿੰਦੇ if consumption and production biases are in the opposite direction then Heckscher-Ohlin prediction will be valid. Germany would export watches and India will export shirts. ਕਹਿੰਦੇ ਕਈ ਕੇਸਿਸ ਰੇਅਰ ਹੁੰਦੇ ਨੇ ਜਿਹਦੇ ਵਿੱਚ ਕੰਜ਼ੰਪਸ਼ਨ ਤੇ ਪ੍ਰੋਡਕਸ਼ਨ ਡਿਫਰੈਂਟ ਹੋ ਜਾਂਦੀ ਆ ਉੱਥੇ ਕਹਿੰਦੇ ਇਹ ਉਲਟ ਵੀ ਪ੍ਰੋਡਕਸ਼ਨ ਕਰ ਸਕਦੇ ਨੇ ਅਗਰ ਕਹਿੰਦੇ ਕੰਜ਼ੰਪਸ਼ਨ ਐਂਡ ਪ੍ਰੋਡਕਸ਼ਨ ਸੇਮ ਡਾਇਰੈਕਸ਼ਨ ਦੇ ਵਿੱਚ ਹੈ then Germany would import rather than export watches and India would import rather than export shirts. ਤਾਂ ਉਸ ਤੋਂ ਬਾਅਦ ਆਪਣਾ ਫੈਕਟਰ ਪ੍ਰਾਈਸ ਇਕੁਐਲਿਟੀ ਦੇ ਵਿੱਚ ਕੀ ਆ ਕਹਿੰਦੇ ਅਕੋਰਡਿੰਗ ਟੂ ਮਾਡਰਨ ਥਿਊਰੀ ਦੇ ਵਿੱਚ ਇਹ ਕਿਹਾ ਹੈ ਕਿ ਫੈਕਟਰ ਪ੍ਰਾਈਸ ਇਕੁਐਲਿਟੀ ਹੁੰਦੀ ਹੈ ਇੰਟਰਨੈਸ਼ਨਲ ਟ੍ਰੇਡ ਇਜ਼ ਰਿਸਪੌਂਸਿਬਲ ਫॉर ਬ੍ਰਿੰਗਿੰਗ about equality in the factor of pricings of the countries concerned. Supposing there is a trade between two countries, namely India and Germany, because of the abundance of the supply of labor and capital. ਕਹਿੰਦੇ ਜਿੱਥੇ ਸਪਲਾਈ ਆਫ ਲੇਬਰ ਜ਼ਿਆਦਾ ਹੁੰਦੀ ਹੈ ਵੇਜ ਰੇਟ ਉੱਥੇ ਘੱਟ ਹੁੰਦਾ ਹੈ ਵੇਜ ਰੇਟ ਇਨ ਇੰਡੀਆ ਵਿਲ ਬੀ ਲੋ ਐਂਡ ਕੈਪੀਟਲ ਐਕਸਪੈਂਸਿਵ ਹੋਏਗੀ ਤਾਂ ਦੂਸਰੀ ਤਰਫ ਕੈਪੀਟਲ ਚੀਪੇਬਲ ਐਂਡ ਲੇਬਰ ਐਕਸਪੈਂਸਿਵ ਹੋਏਗੀ ਤਾਂ ਇਸ ਤਰ੍ਹਾਂ ਇਕੁਅਲੀ ਕਹਿੰਦੇ ਇਹਦੇ ਵਿੱਚ ਬੈਲੈਂਸ ਹੋ ਜਾਏਗਾ ਕਿਉਂਕਿ ਕਹਿੰਦੇ ਪ੍ਰਾਈਸਿਸ ਦੇ ਵਿੱਚ ਬੈਲੈਂਸ ਕਿਉਂਕਿ ਉਹ ਉਸ ਚੀਜ਼ ਦੀ ਪ੍ਰੋਡਕਸ਼ਨ ਨਹੀਂ ਕਰਨਗੇ ਜਿਹੜੀਆਂ ਚੀਪੇਬਲ ਹੋਣਗੀਆਂ ਤੇ ਕਾਸਟਲੀ ਨੂੰ ਇੰਪੋਰਟ ਕਰਨਗੇ ਠੀਕ ਹੈ ਐਜ਼ ਕੰਪੈਰੀਜ਼ਨ ਦੂਸਰੀ ਕੰਟਰੀ ਹੈ ਜੋ ਉਹ ਚੀਪੇਬਲ ਗੁੱਡਸ ਪ੍ਰੋਡਿਊਸ ਕਰੇਗੀ ਤੇ ਐਕਸਪੈਂਸਿਵ ਨੂੰ ਨਹੀਂ ਕਰੇਗੀ ਇਸ ਤਰ੍ਹਾਂ ਉਹ ਇਕੁਐਲਿਟੀ ਦੇ ਵਿੱਚ ਆ ਜਾਂਦੇ ਨੇ ਆਪਣੇ ਫੈਕਟਰਸ ਨੂੰ ਇਸ ਤਰ੍ਹਾਂ ਯੂਜ਼ ਕਰਕੇ ਨੈਕਸਟ ਇਜ਼ ਦਾ ਸੁਪਰੀਅਰਿਟੀ ਆਫ ਓਹਲਿਨ ਥਿਊਰੀ ਜਿਹੜੀ ਓਹਲਿਨ ਥਿਊਰੀ ਆ ਉਹ ਸੁਪੀਰੀਅਰ ਥਿਊਰੀ ਕਿਉਂ ਮੰਨੀ ਜਾਂਦੀ ਹੈ ਕਲਾਸੀਕਲਸ ਤੋਂ ਦ ਫਰਸਟ ਰੀਜ਼ਨ ਇਜ਼ ਬੇਸਿਸ ਆਫ ਕਲਾਸੀਕਲ ਥਿਊਰੀ ਇਜ਼ ਦ ਡਿਫਰੈਂਸ ਆਫ ਕੰਪੈਰੀਟਿਵ ਕਾਸਟ ਇਨ ਡਿਫਰੈਂਟ ਕੰਟਰੀਜ਼ The basis of modern theory is to explain the causes of difference in comparative cost. ਕਹਿੰਦੇ ਕੰਪੈਰੀਟਿਵ ਕਾਸਟ ਕਲਾਸੀਕਲਸ ਨੇ ਬੋਲਤਾ ਸੀਗਾ ਕਿ ਕਾਸਟ ਦੇ ਵਿੱਚ ਡਿਫਰੈਂਸ ਆ ਕੈਪੀਟਲ ਤੇ ਲੇਬਰ ਦੀ ਕਾਸਟ ਡਿਫਰੈਂਟ ਆ ਜਿੱਥੇ ਕੈਪੀਟਲ ਜ਼ਿਆਦਾ ਹੈ ਕੈਪੀਟਲ ਦਾ ਯੂਜ਼ ਹੈ ਉੱਥੇ ਕਾਸਟ ਘੱਟ ਆਏਗੀ ਲੇਕਿਨ ਜਿੱਥੇ ਉੱਥੇ ਜੇ ਲੇਬਰ ਯੂਜ਼ ਕਰੀ ਤਾਂ ਲੇਬਰ ਤੇ ਕਾਸਟ ਜ਼ਿਆਦਾ ਆਏਗੀ ਠੀਕ ਹੈ ਕਿਉਂਕਿ ਉੱਥੇ ਲੇਬਰ ਦੀ ਸਕਾਰਸਿਟੀ ਹੈ ਤਾਂ ਉਹਨਾਂ ਨੇ ਐਕਸਪਲੇਨ ਨਹੀਂ ਕੀਤਾ ਸੀ ਲੇਕਿਨ ਹੈਕਸ਼ਰ-ਓਹਲਿਨ ਸੁਪੀਰੀਅਰ ਤਾਂ ਕਰਕੇ ਕਿਉਂਕਿ ਉਹਨਾਂ ਨੇ ਇਹ ਦੱਸਿਆ ਹੈ ਕਿ ਕੰਪੈਰੀਟਿਵ ਕਾਸਟ ਦੇ ਵਿੱਚ ਡਿਫਰੈਂਸ ਹੋਣ ਦਾ ਮੇਨ ਰੀਜ਼ਨ ਕੀ ਆ ਫੈਕਟਰ ਐਂਡੋਮੈਂਟਸ ਹੈ ਫੈਕਟਰਸ ਦਾ ਜ਼ਿਆਦਾ ਤੇ ਘੱਟ ਹੋਣਾ ਹੈ classical theory is based on the labor theory of value which is unrealistic Ohlin theory is based on the money cost who is more realistic ਕਹਿੰਦੇ ਜਿਹੜੀ ਆਪਣੀ ਕਲਾਸੀਕਲ ਥਿਊਰੀ ਸੀ ਉਹਦੇ ਵਿੱਚ ਸਿਰਫ ਲੇਬਰ ਦੀ ਵੈਲਿਊ ਦੇਖੀ ਜਾਂਦੀ ਸੀ ਲੇਬਰ ਦੀ ਕਾਸਟ ਦੇਖੀ ਜਾਂਦੀ ਸੀ ਲੇਕਿਨ ਓਹਲਨ ਥਿਊਰੀ ਦੇ ਵਿੱਚ ਦੋ ਫੈਕਟਰ ਆਫ ਪ੍ਰੋਡਕਸ਼ਨਸ ਨੇ ਆਪਣਾ ਲੇਬਰ ਤੇ ਕੈਪੀਟਲ ਹੈ ਤਾਂ ਦੋਨਾਂ ਨੂੰ ਕੰਪੇਅਰ ਕਰਕੇ ਕਿਉਂਕਿ ਆਪਾਂ ਮੋਨੇਟਰੀ ਫਾਰਮ ਦੇ ਵਿੱਚ ਪੇਮੈਂਟਸ ਕਰਨੀਆਂ ਹੁੰਦੀਆਂ ਨੇ ਕਹਿੰਦੇ ਇਹਦੇ ਵਿੱਚ ਕੀ ਆ ਇਹ ਮੋਰ ਰੀਅਲਿਸਟਿਕ ਹੈ ਕਿਉਂਕਿ ਮਨੀ ਕਾਸਟ ਦੇ ਥਰੂ ਕਹਿੰਦੇ ਇਹਨਾਂ ਦੇ ਵਿੱਚ ਡਿਫਰੈਂਸ ਕੀਤਾ ਜਾਂਦਾ Next is the classical theory treats labor alone as the most important factor of productions, while Ohlin treats both labor and capital as important factor of productions. ਕਹਿੰਦੇ ਕਿਉਂਕਿ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਸਿਰਫ ਵਨ ਫੈਕਟਰ ਯੂਜ਼ ਨਹੀਂ ਕੀਤਾ ਜਾਂਦਾ ਲੇਬਰ ਐਂਡ ਕੈਪੀਟਲ ਇਜ਼ ਦਾ ਇੰਪੋਰਟੈਂਟ ਫੈਕਟਰਸ ਠੀਕ ਹੈ ਤੇ ਕਹਿੰਦੇ ਉਹਨਾਂ ਨੇ ਸਿਰਫ ਵਨ ਫੈਕਟਰ ਲਿੱਤਾ ਸੀਗਾ ਲੇਬਰ ਲੇਕਿਨ ਇਹਨਾਂ ਨੇ ਟੂ ਫੈਕਟਰਸ ਲਿੱਤੇ ਨੇ ਕਿਉਂਕਿ ਟੂ ਫੈਕਟਰਸ ਦੇ ਥਰੂ ਓਪਰਚੁਨਿਟੀ ਕਾਸਟ ਡਿਫਰੈਂਟ ਹੁੰਦੀ ਹੈ ਦੈਟ ਇਜ਼ ਦਾ ਰੀਜ਼ਨ ਕਿ ਟੂ ਕੰਟਰੀਜ਼ ਨੇ ਜਿਹੜੀਆਂ ਉਹ ਇੱਕ ਦੂਸਰੇ ਨਾਲ
ट्रेड करदियां ने, ठीक है। एंड क्लासिकल थ्योरी इज थ्योरी ऑफ कैपिटल इक्विलिब्रियम बिकॉज इट स्टडीज लेबर थ्योरी ऑफ वैल्यू अलोन, बट ओलिन थ्योरी बेस्ड हिज थ्योरी ऑन जनरल इक्विलिब्रियम ऑफ वैल्यू। ਕਹਿੰਦੇ ਉਹਦੇ ਵਿੱਚ ਸਿਰਫ ਪਾਰਸ਼ੀਅਲ ਇਕੁਇਲਿਬ੍ਰੀਅਮ ਦੀ ਸਟੱਡੀ ਕੀਤੀ ਜਾਂਦੀ ਸੀ ਆਪਣੇ ਕਲਾਸੀਕਲਸ ਦੇ ਵਿੱਚ, ਲੇਕਿਨ ਓਹਲਿਨ ਦੇ ਵਿੱਚ ਜਨਰਲ ਇਕੁਇਲਿਬ੍ਰੀਅਮ ਦੀ ਸਟੱਡੀ ਕੀਤੀ ਜਾਂਦੀ ਹੈ। ਕਲਾਸੀਕਲ ਥਿਊਰੀ ਟ੍ਰੀਟਸ ਇੰਟਰਨੈਸ਼ਨਲ ਟ੍ਰੇਡਸ ਐਜ਼ quite distinct from domestic trade. According to Olin, international trade is the only special case of interregional trade. It is more realistic approach. ਤਾਂ ਉਹਨਾਂ ਨੇ ਬੋਲਿਆ ਹੈ, ਆਪਣੇ ਓਲੀ ਨੇ ਬੋਲਿਆ ਹੈ, ਉਹਨਾਂ ਨੇ ਬੋਲਿਆ ਹੈ ਕਲਾਸਿਕਲਸ ਨੇ ਕਿ देयर इज अ डिफरेंस इन रीजनल एंड इंटरनेशनल ट्रेड, लेकिन ओली ने बोलिਆ ਹੈ ਕਿ अगर रीजनल ट्रेड पॉसिबल है, रीजनल ट्रेड्स ਦੇ ਵਿੱਚ डिफरेंस ਹੁੰਦਾ ਹੈ ਆਪਣੇ फैक्टर एंडोमेंट्स ਦਾ, तद ਕਹਿੰਦੇ ਜਿਹੜਾ ਹੈ ਆਪਣਾ ਰੀਜ਼ਨਸ ਤੋਂ ਹੀ ਜੋ ਹੈ इंटरनेशनल ट्रेड पॉसिबल है, क्योंकि ਉਹਦੇ ਥਰੂ ਹੀ ਜਿਹੜਾ ਹੈ डिफरेंस आएगा डिफरेंट कंट्रीज ਦੇ ਵਿੱਚ। Ohlin theory is superior to classical theory as according to it main basis of international trade is different in factor endowments. Classical theory no mention it. ਤਾਂ ਕਲਾਸੀਕਲ ਥਿਊਰੀ ਨੇ ਰੀਜ਼ਨ ਕੌਜ਼ਸ ਮੈਂਸ਼ਨ ਨਹੀਂ ਕੀਤਾ, ਇਹਨਾਂ ਨੇ ਸਿਰਫ ਇੱਕ ਪੁਆਇੰਟ ਦਿੱਤਾ, ਲੇਕਿਨ ਜਿਹੜੇ ਓਹਲੀ ਨੇ ਉਹਨਾਂ ਨੇ ਮੇਨ ਬੇਸਿਸ ਦੱਸਿਆ ਇੰਟਰਨੈਸ਼ਨਲ ਟ੍ਰੇਡ ਦਾ ਜੋ ਹੈ ਫੈਕਟਰ ਐਂਡੋਮੈਂਟਸ। ਕਲਾਸੀਕਲ ਥਿਊਰੀ ਓਨਲੀ ਸਟੱਡੀਜ਼ ਕੰਪੈरेटिव cost of goods concerns, whereas Ohlin has taken into considerations of relative price of the factors which influence the comparative cost of goods। Realistic situation ਨੂੰ ਕਹਿੰਦੇ represent ਕੀਤਾ ਹੈ Ohlin ਨੇ, ਕਹਿੰਦੇ ਆਪਣੇ prices ਦੇ ਵਿੱਚ difference ਦੱਸਿਆ ਹੈ through the factor endowments ਜੋ more realistic ਹੈ। And classical theory describes the advantage of trade between two countries. It mainly welfare theory. Modern theory refer to basis of international trade. It's a realistic theory. ਕਹਿੰਦੇ ਇਹ theory basis ਦੱਸਦੀ ਹੈ realistic theory ਹੈ ਤੇ ਉਹ ਕੀ ਆ ਆਪਣਾ two countries ਦੇ ਵਿੱਚ advantage ਦੀ ਗੱਲ ਕਰਦੀ ਹੈ ਉਹ welfare theory ਹੈ classicals ਦੀ। Classical theory is based on the difference between production function, whereas Ohlin has knowledge the equality of production function। ਕਹਿੰਦੇ ਉਹਦੇ ਵਿੱਚ ਕੀ ਆ ਮੇਨ ਜੋ ਹੈ ਡਿਫਰੈਂਸ ਦਿਖਾਇਆ ਗਿਆ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ, ਇਹਦੇ ਇਕੁਐਲਿਟੀ ਦਿਖਾਈ ਕਿ ਕਿਸ ਤਰ੍ਹਾਂ ਜੋ ਡਿਫਰੈਂਟ ਫੈਕਟਰ ਐਂਡੋਮੈਂਟਸ ਹੈ ਐਂਡ ਸਕਾਰਸਿਟੀ ਹੈ ਆਪਾਂ ਉਹਨਾਂ ਨੂੰ ਇਕੁਐਲਿਟੀ ਦੇ ਵਿੱਚ ਲੈ ਕੇ ਆ ਸਕਦੇ ਹਾਂ, ਠੀਕ ਹੈ, ਵਿਦ ਦ ਯੂਜ਼ਸ ਆਫ ਇੰਟਰਨੈਸ਼ਨਲ ਟ੍ਰੇਡ। According to Ohlin theory is classical that prices of goods and factor tend to equality due to international trade. Classical theory is vague in the respect. Modern theory takes into account the space factor of international trade, whereas classical theory ignores it. And the next is criticism. ਜਿਹੜੇ ਹੈ ਆਪਣੇ ਇੰਨੇ ਇਸ ਤੋਂ ਬਾਅਦ ਵੀ ਜਿਹੜੇ ਆਪਣੇ ਮਾਡਰਨ ਇਕੋਨੋਮਿਸਟ ਨੇ ਜਿਹੜੀ ਮਾਡਰਨ ਥਿਊਰੀ ਆਫ ਐਕਸ਼ਨ ਹੋਣੀ ਨਾ ਇਹਨੂੰ ਕੀ ਕੀਤਾ ਕ੍ਰਿਟਿਸਾਈਜ਼ ਕੀਤਾ। ਮੇਨ ਕ੍ਰਿਟਿਸਿਜ਼ਮ ਆਫ ਮਾਡਰਨ ਔਰ ਐਕਚੁਅਲ ਓਨਿੰਗ ਥਿਊਰੀ ਆਪਾਂ ਹੁਣ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਅਨਰੀਅਲਿਸਟਿਕ ਅਸੰਪਸ਼ਨਸ। ਕਹਿੰਦੇ ਇਹਦੇ ਵਿੱਚ ਇਹਨਾਂ ਨੇ ਅਸੰਪਸ਼ਨਸ ਲਿੱਤੀ ਸੀ 2x2x2 ਮਾਡਲ। ਓਹਲਿਨ ਥਿਊਰੀ ਇਜ਼ ਬੇਸਡ ਔਨ ਮੈਨੀ ਸਿੰਪਲੀਫਾਈਡ ਐਂਡ ਅਨਰੀਅਲਿਸਟਿਕ ਅਸੰਪਸ਼ਨਸ ਕਿ ਟੂ ਕੰਟਰੀਜ਼ ਟੂ ਗੁੱਡਸ ਐਂਡ ਟੂ ਫੈਕਟਰਸ। ਇਹ ਕਹਿੰਦੇ ਸਿਚੁਏਸ਼ਨ ਰੋਂਗ ਹੈ ਕਿਉਂਕਿ ਪਰਫੈਕਟ ਕੰਪੀਟੀਸ਼ਨ ਤੇ ਫੁੱਲ ਇੰਪਲੋਇਮੈਂਟ ਹੈ ਜਿਹੜਾ ਤੇ ਅਨਰੀਅਲਿਸਟਿਕ ਹੈ ਕਿਉਂਕਿ ਸਿਰਫ ਟੂ ਕੰਟਰੀਜ਼ ਨਹੀਂ ਹੁੰਦੀਆਂ ਵਰਲਡ ਦੇ ਵਿੱਚ, ਟੂ ਕੰਟਰੀਜ਼ ਦੇ ਵਿੱਚ ਨਹੀਂ ਟ੍ਰੇਡ ਹੁੰਦੀ ਐਂਡ ਟੂ ਕਮੋਡਿਟੀਜ਼ ਦੀ ਪ੍ਰੋਡਕਸ਼ਨ ਨਹੀਂ ਹੁੰਦੀ ਐਂਡ ਟੂ ਫੈਕਟਰ ਆਫ ਪ੍ਰੋਡਕਸ਼ਨਸ ਯੂਜ਼ ਨਹੀਂ ਹੁੰਦੇ। ਐਂਡ ਲਿਓਨੋਟਿਵ ਪੈਰਾਡਾਕਸ ਇਹਦੇ ਵਿੱਚ ਕਹਿੰਦੇ ਇਹਦੇ ਵਿੱਚ ਬੋਲਿਆ ਵਿਦ ਦ ਹੈਲਪ ਆਫ ਇੰਪੋਰਟ ਐਕਸਪੋਰਟ ਸਟੈਟਿਕਸ ਆਫ ਅਮਰੀਕਾ, ठीक है। इकोनॉमिस्ट एंड नोबल लिटरेचर्स ने बोले प्रूव्ड रॉन्ग द कंक्लूजन ऑफ एक्शन ओलिन थ्योरी में इन्होंने गलत दसिया है क्योंकि कैपिटल इंटेंसिव कंट्री एक्सपोर्ट कैपिटल इंटेंसिव गुड्स एंड लेबर इंटेंसिव कंट्री एक्सपोर्ट लेबर इंटेंसिव गुड्स जो कि अपने एक्शन रोल नहीं दसिया। लेकिन इन्होंने की बोले है कहते कंक्लूजन की कढ़िया कंप्लीटली कॉन्ट्राडिक्टरी ऑफ दिस कंसेप्ट। दिस इज वे द कंक्लूजन टू रेफर एज द उन्होंने बोलिया कि किस तरह आप इनपुट्स से आउटपुट इनपुट्स के थ्रू आउटपुट करनी अपन ये भी देखना है कि किहड़े इनपुट्स वरत के साडी आउटपुट ज़्यादा हो जाती है। ये नहीं हैगा कि अगर आपने लेबर यूज़ कर ली तो साडी प्रोडक्शन इनक्रीज हो जाएगी। अगर लेबर यूज़ करने दे नाल लेबर ज़्यादा है साडी कंट्री दे विच ते साडी प्रोडक्शन दे विच लेबर दी घट यूज़ है कैपिटल दी ज़्यादा यूज़ है ਤਾਂ ਫਿਰ ਉੱਥੇ ਕਹਿੰਦੇ ਇਹ ਜਿਹੜਾ ਹੈ ਆਪਣਾ ਅਸੰਪਸ਼ਨਸ ਇਹ ਗਲਤ ਮੰਨੀ ਜਾਏਗੀ। ਐਂਡ ਦ ਸਟੈਟਿਕ ਥਿਊਰੀ ਕਹਿੰਦੇ
This theory is static theory क्योंकि position of factor in a country at any given point of time does ਕਦੇ ਇਹ ਨਹੀਂ ਸਾਨੂੰ ਦੱਸਦੇ ਕਿ ਚੇਂਜ ਵੀ ਹੋ ਸਕਦੀ ਹੈ ਪ੍ਰੋਡਕਸ਼ਨ ਕੰਡੀਸ਼ਨਸ ਦੇ ਵਿੱਚ ਲੇਬਰ ਤੇ ਜਿਹੜੀ ਕੈਪੀਟਲ ਦੀ ਕੁਆਂਟੀਟੀ ਉਹ ਚੇਂਜ ਹੁੰਦੀ ਰਹਿੰਦੀ ਆ ਲੇਬਰ ਵੀ ਇਨਕਰੀਜ਼ ਹੋ ਸਕਦੀ ਹੈ ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਤੇ ਕੈਪੀਟਲ ਦੀ ਸਪਲਾਈ ਵੀ ਇਨਕਰੀਜ਼ ਹੋ ਸਕਦੀ ਹੈ ਫੈਕਟਰ ਆਰ ਨਾਟ ਹੋਮੋਜੀਨੀਅਸ ਇਹਨਾਂ ਨੇ ਬੋਲਿਆ ਕਿ ਜੋ ਡਿਫਰੈਂਟ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਜਿਹੜੇ ਫੈਕਟਰਸ ਨੇ ਉਹ ਪ੍ਰੋਡਿਊਸ ਹੋਣਗੇ ਲੇਕਿਨ ਇਹ ਅਨਰੀਅਲਿਸਟਿਕ ਅਸੰਪਸ਼ਨ ਹੈ ਕਿਉਂਕਿ ਜਿਹੜੇ ਫੈਕਟਰਸ ਨੇ ਉਹ ਹੋਮੋਜੀਨੀਅਸ ਨਹੀਂ ਹੁੰਦੇ ਉਹਨਾਂ ਦੇ ਬ੍ਰਾਂਡ ਟਾਈਪ ਸਾਈਜ਼ ਸਕੇਲ ਦੇ ਵਿੱਚ ਡਿਫਰੈਂਟ ਹੁੰਦਾ ਜਿਵੇਂ ਕਿ ਆਪਣੇ ਲੇਬਰ ਦੇ ਵਿੱਚ ਵੀ ਡਿਫਰੈਂਸ ਹੁੰਦਾ ਹੈ ਸਕਿਲਡ ਐਂਡ ਅਨਸਕਿਲਡ ਲੇਬਰ ਠੀਕ ਹੈ ਫੈਕਟਰਸ ਕਹਿੰਦੇ ਆਫ ਪ੍ਰੋਡਕਸ਼ਨ ਫੈਕਟਰਸ ਆਫ ਪ੍ਰੋਡਕਸ਼ਨ ਜਿਸ ਤਰ੍ਹਾਂ ਪ੍ਰੋਡਕਟ ਸੇਮ ਨਹੀਂ ਹੁੰਦੇ ਫੈਕਟਰ ਆਫ ਪ੍ਰੋਡਕਸ਼ਨ ਵੀ ਸੇਮ ਨਹੀਂ ਹੁੰਦੇ ਕਿਉਂਕਿ ਲੇਬਰ ਦੇ ਵਿੱਚ ਡਿਫਰੈਂਸ ਹੁੰਦਾ ਕਈ ਜਗ੍ਹਾ ਤੇ ਸਕਿਲਡ ਤੇ ਪੜ੍ਹੀ ਲਿਖੀ ਲੇਬਰ ਹੈ ਕਈ ਜਗ੍ਹਾ ਤੇ ਪੜ੍ਹੀ ਲਿਖੀ ਤੇ ਇਲਿਟਰੇਟ ਮੀਨਸ ਅਨਸਕਿਲਡ ਲੇਬਰ casual labor and the next is production techniques are not homogeneous ਕਹਿੰਦੇ ਇਹਨਾਂ ਦੇ ਵਿੱਚ assumptions ਮੰਨੀ ਗਈ ਸੀ ਕਿ production techniques ਨੇ ਜਿਹੜੀਆਂ two countries ਦੇ ਵਿੱਚ homogeneous ਨੇ ਲੇਕਿਨ ਕਹਿੰਦੇ two countries ਦੇ ਵਿੱਚ ਜਿਹੜੀਆਂ factor techniques homogeneous ਨਹੀਂ ਹੈਗੀਆਂ ਜਿਵੇਂ ਕਿ ਜਾਪਾਨ ਦੇ ਵਿੱਚ ਲੇਬਰ ਨੂੰ ਘੱਟ ਲੇਬਰ ਨੂੰ few and capital ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਤੇ ਇੰਡੀਆ ਦੇ ਵਿੱਚ ਲੇਬਰ ਨੂੰ ਜ਼ਿਆਦਾ ਤੇ ਕੈਪੀਟਲ ਨੂੰ ਘੱਟ ਯੂਜ਼ ਕੀਤਾ ਜਾਂਦਾ ਹੈ Next is the illogical arguments of the determinants of goods price ਕਹਿੰਦੇ ਇਹਨਾਂ ਨੇ ਇਹ ਬੋਲਿਆ ਸੀ ਕਿ goods ਦੇ ਜਿਹੜੇ prices ਹੁੰਦੇ ਨੇ ਉਹ cost ਦੇ through ਫਿਕਸ ਹੁੰਦੇ ਨੇ ਫੈਕਟਰ ਆਫ ਪ੍ਰੋਡਕਸ਼ਨਸ ਤੇ ਜੋ ਵੀ ਕਾਸਟ ਆ ਰਹੀ ਹੈ ਇਲੌਜੀਕਲ ਨਹੀਂ ਹੈਗਾ ਇਲੌਜੀਕਲ ਆ ਕਹਿੰਦੇ ਪ੍ਰਾਈਸਿਸ ਆਫ ਗੁੱਡਸ ਡਿਟਰਮਾਈਨਡ ਬਾਈ ਦਾ ਮਾਰਜਨਲ ਯੂਟਿਲਿਟੀ ਐਂਡ ਡਿਮਾਂਡ ਐਂਡ ਪ੍ਰਾਈਸਿਸ ਆਫ ਦਾ ਫੈਕਟਰ ਡਿਟਰਮਾਈਨਡ ਬਾਈ ਦਾ ਕਾਸਟ ਐਂਡ ਸਪਲਾਈ ਕਹਿੰਦੇ ਕਿਸੇ ਵੀ ਜਿਹੜੇ ਗੁੱਡਸ ਨੇ ਉਹਨਾਂ ਦੇ ਜਿਹੜੇ ਪ੍ਰਾਈਸ ਹੁੰਦੇ ਨੇ ਉਹਨਾਂ ਤੇ ਜ਼ਿਆਦਾ ਸਪਲਾਈ ਦਾ ਇਫੈਕਟ ਪੈਂਦਾ ਜਾਂ ਡਿਮਾਂਡ ਦਾ ਅਗਰ ਡਿਮਾਂਡ ਜ਼ਿਆਦਾ ਹੋਏਗੀ ਤਾਂ ਪ੍ਰਾਈਸਿਸ ਜ਼ਿਆਦਾ ਹੋਣਗੇ ਡਿਮਾਂਡ ਘੱਟ ਹੋਏਗੀ ਪ੍ਰਾਈਸਿਸ ਘੱਟ ਹੋਣਗੇ ਸਪਲਾਈ ਘੱਟ ਹੋਏਗੀ ਪ੍ਰਾਈਸਿਸ ਜ਼ਿਆਦਾ ਹੋਣਗੇ ਸਪਲਾਈ ਜ਼ਿਆਦਾ ਹੋਣਗੇ ਪ੍ਰਾਈਸਿਸ ਘੱਟ ਹੋਣਗੇ ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਤੋਂ ਇਲਾਵਾ ਇਹਨਾਂ ਰੀਜ਼ਨਸ ਦਾ ਵੀ ਫਰਕ ਪੈਂਦਾ no constant taste ਕਹਿੰਦੇ ਓਲਿਨ ਥਿਊਰੀ ਦੇ ਵਿੱਚ ਬੋਲਿਆ ਸੀ ਟੇਸਟ ਆਫ ਦਾ ਕੰਜ਼ਿਊਮਰਸ ਰਿਮੇਨਸ ਕਨਸਟੈਂਟ ਇਸ ਇਹ ਵੀ ਅਨਰੀਅਲਿਸਟਿਕ ਅਸੰਪਸ਼ਨ ਹੈ ਕਿਉਂਕਿ ਅਕੋਰਡਿੰਗ ਟੂ ਟਾਈਮ ਕੰਜ਼ਿਊਮਰ ਦਾ ਟੇਸਟ ਤੇ ਪ੍ਰੈਫਰੈਂਸ ਚੇਂਜ ਹੁੰਦੀ ਜਾਂਦੀ ਆ ਪਹਿਲਾਂ ਸਿੰਪਲ ਟੀ ਫਿਰ ਬਲੈਕ ਟੀ ਠੀਕ ਹੈ ਤਾਂ ਫਿਰ ਟੇਸਟ ਤੇ ਜਿਹੜੀ ਹੈ ਆਪਣੀ ਪ੍ਰੈਫਰੈਂਸ ਚੇਂਜ ਹੋਣ ਦੇ ਨਾਲ ਜਿਹੜਾ ਹੈ अपने assumptions ये सही नहीं हैगी आगे क्या limited explanations according to criticize किया है कि different in factor environments ने जरा इन्होंने properly clarify नहीं किया गया they ignore several causes of international trade जिमें कि qualities of factors कहते qualities of factors ਦੇ ਵਿੱਚ ਵੀ difference ਹੁੰਦਾ है difference in the production techniques again increasing return to scale decreasing returns and constant returns ठीक है तो ये जी लिमिटेड एप्लीकेबिलिटी है इन्हों की इंटरनेशनल ट्रेड इस थ्योरी की अगर है कॉन्ट्राडिक्टरी कंक्लूजन कहते अकॉर्डिंग टू क्रिटिसाइज किया लॉजिक ऑफ द थ्योरी डैट बिकॉज ऑफ इंटरनेशनल ट्रेड फैक्टर प्राइसेस आर इक्वलाइज्ड इज वैलिड टू इंटरनेशनल ट्रेड विल कम आ स्टॉप कहते जिथे अपने फैक्टर्स के इक्वैलिटी हो जाएगी उत्थे इंटरनेशनल ट्रेड स्टॉप हो जाएगी ये कहना है हैक्सरोलिन का लेकिन कहते पॉसिबल नहीं हो सकता है क्योंकि फैक्टर प्राइसेस के विच डिफरेंस होता है दैट इज द रीजन कि कंक्लूजन ਇਹਦਾ नहीं हैगा है अपनी जो इंटरनेशनल ट्रेड और टाइम टू टाइम चलती रहेगी सी ਇਹ ਸੀ ਆਪਣੀ ਹੈਕਸ਼ਰ ਓਲਿਨ ਥਿਊਰੀ ਜਿਹਦੇ ਵਿੱਚ ਆਪਾਂ ਨੇ ਇਹ ਦੇਖਿਆ ਕਿ ਹੈਕਸ਼ਰ ਓਲੀ ਨੇ ਜਿਹੜੀ ਹੈ ਕੰਪੈਰੀਟਿਵ ਡਿਸਐਡਵਾਂਟੇਜ ਆਪਣੀ ਡਿਸਐਡਵਾਂਟੇਜ ਤੇ ਐਡਵਾਂਟੇਜ ਥਿਊਰੀ ਕੰਪੈਰੀਟਿਵ ਡਿਫਰੈਂਸ ਥਿਊਰੀ ਇਨ ਕਾਸਟ ਜੋ ਕਲਾਸੀਕਲਸ ਨੇ ਦਿੱਤੀ ਸੀ ਉਹਨਾਂ ਨੂੰ ਹੀ ਸਪੋਰਟ ਕੀਤਾ ਹੈ ਤੇ ਉਹਨਾਂ ਨੇ ਦੱਸਿਆ ਕਿ ਕੰਪੈਰੀਟਿਵ ਕਾਸਟ ਦੇ ਵਿੱਚ डिफरेंस होने का मेन रीजन की है फैक्टर एंडोमेंट्स तो इस तरह इन्होंने एक तो प्राइस क्राइटेरिया लिता है अपना फैक्टर एंडोमेंट्स को शो करने का कि प्राइस के थ्रू कॉस्ट दिखाई है एंड द सैकेंड इन्होंने की दिखाया है कि फिजिकल क्राइटेरिया कि क्वांटिटी ऑफ फैक्टर्स की डिफरेंट कंट्रीज के की होंगे ने टू कंट्रीज लिखी इन्होंने कि टू कंट्रीज डिफरेंट होंगे ने कि जी कंट्री के जिस फैक्टर्स की जी है क्वांटिटी ज़्यादा होएगी वो उस फैक्टर्स मीनस कैपिटल इंटेंसिव टेक्निक तो लेबर इंटेंसिव टेक्निक को यूज करेगा तो सुपैरिटी है दी ओलिन थ्योरी दी अपने क्लासिकल्स के नालों सुपीरियर है क्योंकि इन्होंने रीजनस दसे जो क्लासिकल्स नहीं दसिया गया सीगा तो इन्हों क्रिटिसाइज किया है फिर भी डिफरेंट इकोनॉमिस्ट ने कि ये सही नहीं है तो आज तो अपना टॉपिक इतने ही खत्म होता है धन्यवाद।